ਵੱਡਿਆਂ ਭਾਗਾਂ ਦਾ ਸਦਕਾ ਹੈ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਵਤਾਰ ਅਸਥਾਨ ਸ੍ਰੀ ਤਖਤ ਸਾਹਿਬ ਜੀ ਤੇ ਪਵਿੱਤਰ ਯਾਤਰਾ ਕਰਦੇ ਹੋਏ ਸੱਚਖੰਡ ਵਾਸੀ ਪਰਮ ਪੂਜਨੀਕ 108 ਸੰਤ ਬਾਬਾ ਭਾਗ ਸਿੰਘ ਸਾਹਿਬ ਜੀ ਗੁਰਮੁਖ ਪਿਆਰਿਆਂ ਦੀ ਸਾਲਾਨਾ ਬਰਸੀ ਮਨਾ ਰਹੇ ਹਾਂ। ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸ਼ਲੋਕਾਂ ਨਾਲ ਤੁਮ ਮਗਰੇ ਓਂਕਾਰ ਪੜ੍ਹੋ। ਜੈ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ। ਵਾਰ ਸ਼ਲੋਕਾਂ ਨਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰਾ, ਸਿਮਰੰਤ ਸੰਤ ਸਰਬਤਰ ਰਮਣ, ਨਾਨਕ ਆਗਨਾਸਨ ਜਗਦੀਸ਼ਰਾ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰਾ, ਸਿਮਰੰਤ ਸੰਤ ਸਰਬਤਰ ਰਮਣ, ਨਾਨਕ ਆਗਨਾਸਨ ਜਗਦੀਸ਼ਰਾ। ਵੇਖਨ ਸੁਨਨ ਸੁਨਾਵਨ ਮਨ ਮਹਿ ਦ੍ਰਿੜਿਆ ਸਾਚ, ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ। ਪੌੜੀ। ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ, ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਖਿਨ ਮਹਿ ਥਾਪ ਥਾਪਦਾ ਤਿਸ ਬਿਨ ਨਹੀਂ ਕੋਈ, ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਦਾ ਸਦਕਾ ਹੈ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਵਤਾਰ ਅਸਥਾਨ ਸ੍ਰੀ ਤਖਤ ਸਾਹਿਬ ਜੀ ਤੇ ਪਵਿੱਤਰ ਯਾਤਰਾ ਕਰਦੇ ਹੋਏ ਸੱਚਖੰਡ ਵਾਸੀ ਪਰਮ ਪੂਜਨੀਕ 108 ਸੰਤ ਬਾਬਾ ਭਾਗ ਸਿੰਘ ਸਾਹਿਬ ਜੀ ਗੁਰਮੁਖ ਪਿਆਰਿਆਂ ਦੀ ਸਾਲਾਨਾ ਬਰਸੀ ਮਨਾ ਰਹੇ ਹਾਂ। ਸੰਸਾਰ ਦੀ ਕਲਿਆਣ ਵਾਸਤੇ, ਉਪਦਰਵਾਂ ਨੂੰ ਮੇਟਣ ਵਾਸਤੇ, ਨਾਸਤਕ ਪੁਣ ਚੱਕਣ ਵਾਸਤੇ, ਮਰਿਆਦਾ ਵਿੱਚ ਚਲਾਉਣ ਵਾਸਤੇ ਸਮੇਂ ਸਮੇਂ ਸਿਰ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਕੁਝ ਕੁ ਦੇਵਤਿਆਂ ਦੇ ਅਵਤਾਰ ਪ੍ਰਗਟ ਕੀਤੇ। ਸੋ ਉਹਨਾਂ ਅਵਤਾਰਾਂ ਨੂੰ ਬਿਪਤਾ ਤੋਂ ਰੱਖਿਆ ਕਰਨ ਵਾਸਤੇ ਜਿਹੜਾ ਹੋਵੇ ਉਹਨੂੰ ਅਵਤਾਰ ਕਿਹਾ ਹੈ। ਸੋ ਉਹਨਾਂ ਨੂੰ ਗੁਰਮੁਖ ਪਿਆਰਿਆਂ ਸਿਆਣਿਆਂ ਗੁਰਮੁਖਾਂ ਨੇ ਪੰਜੀ ਛੀਂ ਥਾਈਂ ਵੰਡਿਆ ਹੈ। ਇੱਕ ਅੰਸਾ ਅਵਤਾਰ ਹੁੰਦੇ ਹਨ, ਇੱਕ ਅਵੇਸ਼ਾ ਅਵਤਾਰ ਹੁੰਦੇ ਹਨ, ਇੱਕ ਕਲਾ ਅਵਤਾਰ ਹੁੰਦੇ ਹਨ, ਇੱਕ ਨਿਤ ਅਵਤਾਰ ਹੁੰਦੇ ਹਨ, ਇੱਕ ਨਿਮਿਤ ਅਵਤਾਰ ਹੁੰਦੇ ਹਨ, ਇੱਕ ਪੂਰਨ ਅਵਤਾਰ ਹੁੰਦੇ ਹਨ। ਇਸ ਪ੍ਰਕਾਰ ਇਹ ਅਵਤਾਰ ਪਰਮੇਸ਼ਰ ਦੇ ਹੁਕਮ ਦੇ ਵਿੱਚ ਜਿੰਨੇ ਅਵਤਾਰਾਂ ਦਾ ਨਿਰਣਾ ਕੀਤਾ ਹੈ ਇਹ ਸਾਰੇ ਦੇਵਤਿਆਂ ਦੇ ਅਵਤਾਰ ਹੋਏ ਹਨ। ਸੋ ਅੰਸਾ ਅਵਤਾਰ ਰਾਜੇ ਮਹਾਰਾਜੇ ਜਿਹੜੇ ਸੰਸਾਰ ਵਿੱਚ ਆਉਣ, ਜਿਨ੍ਹਾਂ ਵਿੱਚ ਇੱਕ ਹਕੂਮਤ ਦੇ ਅੰਸ਼ ਹੋਵੇ, ਉਹਨਾਂ ਨੂੰ ਅੰਸਾ ਅਵਤਾਰ ਸਤਿਗੁਰੂ ਜੀ ਨੇ ਕਿਹਾ ਹੈ। ਅੰਸਾ ਅਵਤਾਰ ਉਪਾਇਓਨ ਭਾਉ ਦੂਜਾ ਕੀਆ, ਰਾਜੇ ਰਾਜ ਕਮਾਮ ਦੇ ਦੁੱਖ ਸੁੱਖ ਭਿੜੀਆ। ਸੋ ਅਵੇਸ਼ਾ ਅਵਤਾਰ ਉਹ ਹੁੰਦਾ ਹੈ ਜਿਸ ਦੇ ਵਿੱਚ ਪਹਿਲਾਂ ਕੋਈ ਸ਼ਕਤੀ ਕਲਾ ਕਰਾਮਾਤ ਨਾ ਹੋਵੇ, ਤਪੱਸਿਆ ਕਰਨ ਤੋਂ ਪ੍ਰਾਪਤ ਹੋਵੇ। ਉਹ ਪਰਸ਼ੁਰਾਮ ਵਰਗੇ ਜਿਹੜੇ ਜਮਦਗਨੀ ਦੇ ਪੁੱਤਰ ਸਨ, ਉਹ ਆਵੇਸ਼ਾ ਅਵਤਾਰ ਸੀ। ਸੋ ਸ੍ਰੀ ਰਾਮ ਚੰਦਰ ਜੀ ਨੇ ਉਹਦੇ ਚਰਨੀ ਹੱਥ ਲਾ ਕੇ ਉਹਦੀ ਸ਼ਕਤੀ ਉਸੇ ਤਰ੍ਹਾਂ ਖਿੱਚ ਲਈ ਸੀ। ਸੋ ਉਹ ਆਵੇਸ਼ਾ ਅਵਤਾਰ। ਇਸੇ ਤਰ੍ਹਾਂ ਕਲਾ ਅਵਤਾਰ ਜਿਨ੍ਹਾਂ ਦੇ ਵਿੱਚ ਗਿਣਤੀ ਮਿਣਤੀ ਦੀ ਕੋਈ ਸ਼ਕਤੀ ਹੋਵੇ, ਜਿਵੇਂ ਮੱਛ ਅਵਤਾਰ, ਜਿਵੇਂ ਕੱਛ ਅਵਤਾਰ, ਜਿਵੇਂ 52 ਅਵਤਾਰ ਹੋਏ। ਸੋ ਇਸ ਤੋਂ ਅੱਗੇ ਸੋ ਦੱਸਦੇ ਹਨ ਨਿਮਿਤ ਅਵਤਾਰ, ਕਿਸੇ ਇੱਕ ਅੱਧੇ ਕਾਰਨ ਨੂੰ ਲੈ ਕੇ, ਕਿਸੇ ਇੱਕ ਵਜ੍ਹਾ ਨੂੰ ਲੈ ਕੇ
ਇੱਕ ਸਬੱਬ ਨੂੰ ਲੈ ਕੇ, ਕਿਸੇ ਇੱਕ ਕੌਤਕ ਨੂੰ ਲੈ ਕੇ ਅਵਤਾਰ ਪ੍ਰਗਟ ਹੋਣਾ ਔਰ ਇੱਕ ਕਾਰਜ ਉਹੀ ਕਰਕੇ ਫਿਰ ਉਹ ਆਪਣਾ ਸਰੂਪ ਅਲੋਪ ਕਰ ਲੈਣਾ। ਜਿਵੇਂ ਨਰਸਿੰਘ ਰੂਪ ਧਾਰਿਆ ਸੀ ਕੇਵਲ ਹਰਨਾਕਸ਼ ਨੂੰ ਮਾਰਨ ਵਾਸਤੇ, ਸੋ ਹੋਰ ਕੋਈ ਕਾਰਨ ਨਹੀਂ ਸੀ, ਹੋਰ ਕੋਈ ਕੌਤਕ ਨਹੀਂ ਕੀਤਾ। ਜਿਵੇਂ ਹੰਸਾ ਅਵਤਾਰ ਧਾਰਿਆ ਸੀ ਕੇਵਲ ਸਨਕ ਸਨੰਦਰ ਸਨਾਤਨ ਸੰਤ ਕੁਮਾਰ ਨੂੰ ਉੱਤਰ ਦੇਣ ਵਾਸਤੇ। ਸੋ ਇਸ ਪ੍ਰਕਾਰ ਜਿਵੇਂ 52 ਅਵਤਾਰ ਧਾਰਿਆ ਸੀ ਕੇਵਲ ਬਲਰਾਜ ਨੂੰ ਛੱਡਣ ਵਾਸਤੇ, ਉਹ ਨਿਮਿਤ ਅਵਤਾਰ ਹੋਇਆ ਕਰਦੇ ਨੇ। ਕਿਸੇ ਇੱਕ ਅੱਧੇ ਕਾਰਨ ਨੂੰ ਲੈ ਕੇ ਅਵਤਾਰ ਧਾਰਨਾ, ਉਹ ਕਾਰਜ ਪੂਰਾ ਕਰਕੇ ਫਿਰ ਆਪਣਾ ਸਰੂਪ ਅਲੋਪ ਕਰ ਲੈਣਾ। ਸੋ ਇਹਨਾਂ ਸਾਰਿਆਂ ਅਵਤਾਰਾਂ ਤੋਂ ਬਾਅਦ ਨਿਤ ਅਵਤਾਰ ਹਨ ਪਰਮੇਸ਼ਰ ਦੇ ਪਿਆਰੇ ਸੰਤ ਭਗਤ ਮਹਾਤਮਾ। ਸੋ ਸੰਸਾਰ ਦੇ ਵਿੱਚ ਕੋਈ ਜਿਵੇਂ ਇੱਕ ਚੱਕਰਵਰਤੀ ਪਾਤਸ਼ਾਹ ਹੋਵੇ, ਉਸ ਦੇ ਕਿਸੇ ਇੱਕ ਹਿੱਸੇ ਦੇ ਵਿੱਚ ਕੋਈ ਗੜਬੜ ਪੈ ਜਾਵੇ, ਕੋਈ ਆਕੀ ਹੋਣ ਲੱਗੇ, ਕੋਈ ਲੋਕ ਆਕੀ ਹੋਣ ਲੱਗਣ, ਉਸ ਬਗਾਵਤ ਨੂੰ ਦਬਾਉਣ ਵਾਸਤੇ ਕੋਈ ਆਪਣਾ ਜਰਨੈਲ ਜਾਂ ਕੋਈ ਲੀਡਰ ਉੱਥੇ ਭੇਜ ਦਿੱਤਾ ਜਾਂਦਾ ਹੈ ਕਿ ਜਾ ਕੇ ਉੱਥੇ ਅਮਨ ਅਮਾਨ ਕਾਇਮ ਕਰ। ਸੋ ਇਸੇ ਤਰ੍ਹਾਂ ਥੋੜ੍ਹੇ ਥੋੜ੍ਹੇ ਨਾਸਤਿਕ ਪੁਣੇ ਨੂੰ ਦਬਾਉਣ ਵਾਸਤੇ ਇਹ ਪਿਛਲੇ ਜਿਹੜੇ ਅਵਤਾਰ ਹਨ ਉਹ ਸਾਰੇ ਸੰਸਾਰ ਵਿੱਚ ਪਰਮੇਸ਼ਰ ਦੇ ਹੁਕਮ ਦੇ ਵਿੱਚ ਵਿਸ਼ਨੂੰ ਜੀ ਦੇ ਅਵਤਾਰ ਇਹ ਆਏ। ਪਰ ਜਦੋਂ ਅਮਨ ਅਮਾਨ ਕਾਇਮ ਹੋ ਜਾਵੇ ਤਾਂ ਉੱਥੇ ਹੋਰ ਅਫਸਰ ਤਾਇਨਾਤ ਕਰ ਦਿੱਤੇ ਜਾਂਦੇ ਨੇ, ਮੁਕਰਰ ਕਰ ਦਿੱਤੇ ਜਾਂਦੇ ਨੇ ਕਿ ਜੋ ਅਮਨ ਅਮਾਨ ਜੋ ਕਾਨੂੰਨ ਬਣਾ ਦਿੱਤਾ ਗਿਆ ਹੈ ਇਹਨੂੰ ਤੁਸੀਂ ਚਲਾਉਣ ਵਾਸਤੇ ਇੱਥੇ ਟਿਕੋ। ਸੋ ਉਹ ਪਰਮੇਸ਼ਰ ਦੀ ਚਲਾਈ ਹੋਈ ਮਰਿਆਦਾ ਨੂੰ ਅੱਗੇ ਜਿਹੜੇ ਚਲਾਉਣ ਵਾਲੇ ਹਨ ਉਹਨਾਂ ਦਾ ਨਾਮ ਨਿਤ ਅਵਤਾਰ ਹੈ। ਉਹ ਨਿਤ ਅਵਤਾਰ ਗੁਰੂ ਕੇ ਸੰਤ ਭਗਤ ਬ੍ਰਹਮ ਗਿਆਨੀ ਤਤਵੇਤੇ ਗੁਰਮੁਖ ਗੁਰਸਿੱਖ ਜਿਹੜੇ ਹਨ ਉਹ ਨਿਤ ਅਵਤਾਰ ਹੋਇਆ ਕਰਦੇ ਹਨ। ਸੋ ਅੱਜ ਆਪਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਦਾ ਪਵਿੱਤਰ ਦਿਹਾੜਾ ਮਨਾ ਰਹੇ ਹਾਂ ਉਹ ਨਿਤ ਅਵਤਾਰਾਂ ਵਿੱਚੋਂ ਹਨ। ਸੋ ਜਿਨ੍ਹਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਵੀ ਕੋਈ ਔਗਣ ਨਹੀਂ, ਗੁਣ ਹੀ ਗੁਣ ਹਨ। ਸਗਲ ਗੁਣ ਅਵਗੁਣ ਨਾ ਕੋਈ, ਹੋਏ ਨੀਤਾ ਨੀਤਾ। ਉਹ ਨਿਤ ਰਹਿਣ ਵਾਲੇ ਗੁਰੂ ਕੇ ਪਿਆਰੇ, ਹਰ ਮਨ ਤਨ ਵਸਿਆ ਸੋਈ, ਜਾ ਜਾ ਕਾਰ ਕਰੇ ਸਭ ਕੋਈ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਉਹ ਸਦਾ ਵਾਸਤੇ ਜਿਉਂਦੇ ਜਾਗਦੇ ਪਰਮੇਸ਼ਰ ਦੇ ਪਿਆਰੇ। ਜਿਵੇਂ ਹਰਨਾਕਸ਼ ਨੂੰ ਤਾਂ ਮਰਿਆ ਹੋਇਆ ਸਾਰੇ ਕਹਿ ਦਿੰਦੇ ਨੇ, ਪਰ ਪ੍ਰਹਿਲਾਦ ਕਦੇ ਵੀ ਨਹੀਂ ਮਰਿਆ। ਇਸੇ ਤਰ੍ਹਾਂ ਧਰੂਪ ਭਗਤ ਕਦੇ ਵੀ ਨਹੀਂ ਮਰੇ। ਭਗਤ ਕਬੀਰ ਵਰਗੇ, ਭਗਤ ਨਾਮਦੇਵ ਵਰਗੇ ਸਦਾ ਵਾਸਤੇ ਜਿਉਂਦੇ ਜਾਗਦੇ ਹਨ ਪਰਮੇਸ਼ਰ ਵਿੱਚ ਲੀਨ ਹੋਏ ਕਰਕੇ। ਇਸ ਵਾਸਤੇ ਐਸੇ ਜਿਹੜੇ ਗੁਰਮੁਖ ਸੰਤ ਭਗਤ ਹੋਣ ਉਹਨਾਂ ਨੂੰ ਨਿਤ ਅਵਤਾਰ ਕਰਕੇ ਗੁਰਮੁਖ ਪਿਆਰਿਆਂ ਨੇ ਮੰਨਿਆ ਹੈ। ਸੋ ਜਿਨ੍ਹਾਂ ਗੁਰਮੁਖ ਪਿਆਰਿਆਂ ਦਾ ਅੱਜ ਆਪਾਂ ਇਹ ਪਵਿੱਤਰ ਦਿਨ ਮਨਾ ਰਹੇ ਹਾਂ ਉਹ ਉਹਨਾਂ ਹੀ ਗੁਰਮੁਖ ਪਿਆਰਿਆਂ ਬ੍ਰਹਮ ਗਿਆਨੀਆਂ ਵਿੱਚੋਂ ਜਿਨ੍ਹਾਂ ਨੂੰ ਇਸ ਨਿਤ ਅਵਤਾਰ ਦੀ ਗਿਣਤੀ ਦੇ ਵਿੱਚ ਗਿਣਿਆ ਜਾ ਸਕਦਾ ਹੈ। ਸੋ ਪੂਰਨ ਅਵਤਾਰ ਜਿਵੇਂ ਸ੍ਰੀ ਕ੍ਰਿਸ਼ਨ ਭਗਵਾਨ ਜੀ 16 ਕਲਾ, ਸ੍ਰੀ ਰਾਮ ਚੰਦਰ ਜੀ 14 ਕਲਾ ਸੰਪੂਰਨ ਹੋਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਅੰਤਰਜਾਮੀ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਅਵਤਾਰ ਹੋਏ। ਪਰ ਕਲਯੁਗ ਦਾ ਭਿਆਨਕ ਸਮਾਂ ਜਿਹੜਾ ਹੈ ਖਾਲਸਾ ਜੀ, ਇਸ ਦੇ ਵਿੱਚ ਜਿਵੇਂ ਆਪਣੇ ਸਾਰੇ ਇਲਾਕੇ ਦੇ ਵਿੱਚ ਚੱਕਰਵਰਤੀ ਪਾਤਸ਼ਾਹ ਵੇਖ ਲਵੇ ਕਿ ਹੁਣ ਐਸੀ ਬਗਾਵਤ ਫੈਲਣ ਲੱਗੀ ਹੈ, ਮੇਰੇ ਆਪਣੇ ਉੱਥੇ ਪਹੁੰਚਿਆਂ ਤੋਂ ਬਿਨਾਂ ਇਹ ਬਗਾਵਤ ਦਬਾਈ ਨਹੀਂ ਜਾਣੀ, ਉਹਨੂੰ ਆਪ ਚੜ੍ਹ ਕੇ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਪਹਿਲੇ ਯੁੱਗਾਂ ਦੇ ਵਿੱਚ ਕੁਛ ਲੋਕ ਨਾਸਤਿਕ ਹੋਏ, ਉਹਨਾਂ ਵਾਸਤੇ ਦੇਵਤਿਆਂ ਦੇ ਅਵਤਾਰਾਂ ਨਾਲ ਸਰ ਗਿਆ। ਪਰ ਕਲਯੁਗ ਦਾ ਜਿਹੜਾ ਬੜਾ ਭਾਰੀ ਭਿਆਨਕ ਸਮਾਂ, ਜਿੱਥੇ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ, ਜਿੱਥੇ ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਕਰ ਦੇਵਣ ਜਾਏ, ਇਸਤਰੀ ਪੁਰਖਾ ਖਟਿਆ ਭਾਓ, ਭਾਵੇਂ ਆਵੋ ਭਾਵੇਂ ਜਾਓ, ਜਿੱਥੇ ਕੱਲ ਹੋਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਔਰ ਆਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕਉ ਖਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਚੇਲੇ ਬੈਠਣ ਘਰਾਂ ਵਿੱਚ ਗੁਰੂ ਉਠ ਘਰੀ ਤਿਨਾੜੇ ਜਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੋ ਸਤ ਮੁਖੋਂ ਅਲਾਈ, ਵਰਤਿਆ ਪਾਪ ਸਬਸ ਜਗ ਮਾਹੀ, ਜਿੱਥੇ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡਰਿਆ, ਜਦੋਂ ਧਰਮ ਖੰਭ ਲਾ ਕੇ ਅਲੋਪ ਹੋ ਚੁੱਕਾ ਸੀ, ਸਭ ਥਾਵਾਂ ਤੋਂ ਅਭਾਵ ਹੋ ਚੁੱਕਾ ਸੀ, ਸਭ ਲੋਕ ਨਾਸਤਿਕ ਤੇ ਬੇਈਮਾਨ ਹੋ ਚੁੱਕੇ ਸਨ, ਪਰਜਾ ਸ਼ੰਕਰ ਵਰਨ ਹੋ ਚੁੱਕੀ ਸੀ, ਧੀ ਭੈਣ ਦੀ ਇੱਜ਼ਤ ਦੇ ਸਾਂਝੀ ਨਹੀਂ ਸਨ ਰਹਿ ਗਏ। ਸੋ ਕੂੜ ਅਮਾਵਸ ਸੱਚ ਚੰਦਰਮਾ ਦੀਸਾ ਨਾਹੀਂ ਕਹਿ ਚੜਿਆ, ਝੂਠ ਦੀ ਕਾਲੀ ਬੋਲੀ ਮੱਸਿਆ ਦੀ ਰਾਤ ਪਈ ਹੋਈ ਸੀ, ਸੱਚ ਰੂਪੀ ਚੰਦਰਮਾ ਕਿਸੇ ਵੀ ਹਿਰਦੇ ਰੂਪੀ ਆਕਾਸ਼ ਵਿੱਚ ਚੜਿਆ ਹੋਇਆ ਪ੍ਰਤੀਤ ਨਹੀਂ ਸੀ ਹੋ ਰਿਹਾ। ਜ਼ੁਲਮ ਦਾ, ਭਰਮ ਦਾ, ਵਹਿਮ ਦਾ, ਅਗਿਆਨ ਦਾ ਐਸਾ ਹਨੇਰਾ ਸੀ ਜਿਸ ਨੂੰ ਦੂਰ ਕਰਨ ਵਾਸਤੇ ਜੇ 100 ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ,
ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸੈਂਕੜੇ ਆਪਣੇ ਵੇਦਾਂ ਦੇ ਗਿਆਨ ਰੂਪੀ ਸੂਰਜ ਚੜ੍ਹਨ ਤੋਂ, ਹਜ਼ਾਰਾਂ ਸ਼ਾਸਤਰਾਂ ਦੇ ਚੰਦਰਮਾ ਰੂਪੀ ਗਿਆਨ ਚੜ੍ਹਨ ਤੋਂ ਵੀ ਕਿਸੇ ਪ੍ਰਕਾਰ ਵੀ ਇਹ ਹਨੇਰਾ ਜਿਹੜਾ ਦੂਰ ਹੋਣ ਨੂੰ ਸਮਰੱਥ ਨਹੀਂ ਸੀ ਹੋ ਸਕਦਾ। ਉਸ ਅਗਿਆਨ, ਜ਼ੁਲਮ, ਭਰਮ ਤੇ ਵਹਿਮ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਸੋ ਇਹ ਅਕਾਲ ਪੁਰਖ ਨੇ ਜ਼ਰੂਰੀ ਸਮਝਿਆ ਕਿ ਅਸੀਂ ਹੁਣ ਆਪ ਆਪਣਾ ਸਰੂਪ ਪ੍ਰਗਟ ਕਰੀਏ। ਸੋ ਕਲਯੁਗ ਨੂੰ ਤਾਰਨ ਵਾਸਤੇ, ਵਿਛੜੇ ਹੋਏ ਜੀਵਾਂ ਨੂੰ ਮਿਲਣ ਵਾਸਤੇ, ਜੋ ਸਾਰਾ ਸੰਸਾਰ ਈਰਖਾ ਦੀ ਅੱਗ ਵਿੱਚ, ਨਰਕਾਂ ਦੀ ਅੱਗ ਵਿੱਚ, ਗਰਭ ਦੀ ਅੱਗ ਵਿੱਚ, ਵਿਕਾਰਾਂ ਦੀ ਅੱਗ ਵਿੱਚ, ਤ੍ਰਿਸ਼ਨਾ ਦੀ ਅੱਗ ਵਿੱਚ ਸੜ ਪੁੱਜ ਰਿਹਾ ਸੀ, ਇਸ ਜਗਤ ਜਲੰਦੇ ਦੀ ਰੱਖਿਆ ਕਰਨ ਵਾਸਤੇ ਸਭ ਸ੍ਰਿਸ਼ਟੀ ਨੇ ਆਪ ਮੁਹਾਰੀਆਂ ਜਦੋਂ ਆਵਾਜ਼ਾਂ ਦਿਲਾਂ ਵਿੱਚੋਂ ਇਹ ਕੱਢੀਆਂ ਸਨ, ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਧਰਤੀ ਨੇ ਪਾਪਾਂ ਦੇ ਭਾਰ ਨਾਲ ਬੇਬਲ ਹੋਈ ਨੇ ਬੇਨਤੀ ਕੀਤੀ ਸੀ ਕਿ ਮੈਂ ਹੁਣ ਨਿੱਘਰਦੀ ਹੋਈ ਨਰਕਾਂ ਨੂੰ ਜਾ ਰਹੀ ਹਾਂ। ਧਰਮ ਰੂਪੀ ਬਲਦ ਦੇ 4 ਪੈਰ ਜਿਹੜੇ 7 ਤਪ, ਸੌਚ ਤੇ ਦਾਨ ਸਨ, ਉਹਨਾਂ ਵਿੱਚੋਂ ਕੇਵਲ ਇੱਕੋ ਇੱਕ ਦਾਨ ਹੀ ਇੱਕ ਪੈਰ ਰਹਿ ਗਿਆ ਹੈ। ਇੱਕ ਪੈਰ ਦੇ ਭਾਰ ਮੈਥੋਂ ਖੜੇ ਨਹੀਂ ਹੋਇਆ ਜਾ ਸਕਦਾ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਉਸ ਮੌਕੇ ਤੇ ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੈ ਸਾਹੇ ਸੁਭਾਏ। ਸੱਚੇ ਅਕਾਲ ਪੁਰਖ ਨੇ ਇਸ ਬੇਨਤੀ ਨੂੰ ਸੁਣਿਆ। ਅੰਮ੍ਰਿਤ ਵੇਲੇ ਬੋਲਿਆ ਬਬੀਹਾ, ਤਾਂ ਦਰ ਸੁਣੀ ਪੁਕਾਰ, ਮੇਘਾ ਨੋ ਫਰਮਾਨ ਹੋਆ ਵਰਸੋ ਕਿਰਪਾ ਤਹਾਰ। ਉਸ ਮੌਕੇ ਤੇ ਖਾਲਸਾ ਜੀ ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਅਕਾਲ ਪੁਰਖ ਨੇ ਬੇਨਤੀ ਪ੍ਰਵਾਨ ਕਰਕੇ ਆਪਣੇ ਨਿਰਗੁਣ ਸਰੂਪ ਨੂੰ ਸਰਗੁਣ ਸਰੂਪ ਬਣਾ ਕਰਕੇ ਆਪਣਾ ਗੁਰੂ ਨਾਨਕ ਨਾਮ ਰਖਾ ਕਰਕੇ ਆਪ ਹੀ ਸੰਸਾਰ ਵਿੱਚ ਪਾਠ ਆਇਆ, ਆਪ ਹੀ ਚੱਲ ਆਏ ਹਨ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀਪਾਇਓ, ਜਹ ਸਿੱਖਿਆ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਰੇ ਕਿ ਆਪ ਇਹ ਪਹਿਲੇ ਜਿਹੜੇ 6 ਪ੍ਰਕਾਰ ਦੇ ਅਵਤਾਰ ਹਨ ਉਹਨਾਂ ਵਿੱਚੋਂ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅਵਤਾਰ ਹਨ। ਸੋ ਰੋਮ ਰੋਮ ਕੋਟ ਬ੍ਰਹਮਾਂਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹਨ। ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਕਰੋੜਾਂ ਖੰਡ ਬ੍ਰਹਮੰਡ ਹਨ, ਉਹਨਾਂ ਨੇ ਆਪਣਾ ਸਰਗੁਣ ਸਰੂਪ ਧਾਰ ਕਰਕੇ ਸਾਨੂੰ ਦਰਸ਼ਨ ਦਿੱਤੇ ਹਨ। ਜੋ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਉਹ ਕਰੋੜਾਂ ਖੰਡਾਂ ਬ੍ਰਹਮੰਡਾਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਵਿੱਚ ਪ੍ਰਗਟੇ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸੂਰਜ ਦੇ ਚੰਨ ਤੋਂ ਜਿਵੇਂ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ, ਜਿਵੇਂ ਤਾਰੇ ਆਕਾਸ਼ ਵਿੱਚ ਹੁੰਦੇ ਹੋਏ ਤ੍ਰਿਉਧਾਨ ਹੋ ਜਾਂਦੇ ਹਨ, ਸੋ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੂਰਜ ਦੀ ਨਿਆਈ ਆਪ ਪ੍ਰਗਟੇ ਹਨ। ਸੋ ਸੂਰਜ ਤੋਂ ਛੁੱਟ ਬਾਕੀ ਦੀਆਂ ਜਿੰਨੀਆਂ ਰੋਸ਼ਨੀਆਂ ਹਨ ਉਹ ਸਾਰੀਆਂ ਪੂਰਾ ਹਨੇਰਾ ਚੱਕਣ ਨੂੰ ਸਮਰੱਥ ਨਹੀਂ, ਸੂਰਜ ਹੀ ਸਾਰਾ ਹਨੇਰਾ ਚੱਕ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਸੂਰਜ ਦੀ ਨਿਆਈ ਪ੍ਰਗਟ ਹੋਏ, ਆਪ ਜੀ ਨੇ ਹਨੇਰਾ ਚੱਕਿਆ ਕਿਵੇਂ? ਸੂਰਜ ਆਪਣੀਆਂ ਕਿਰਨਾਂ ਦੇ ਨਾਲ, ਆਪਣੀ ਧੁੱਪ ਦੇ ਨਾਲ ਹਨੇਰਾ ਚੱਕਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਜੋ ਤੁਰਕੀ ਬਾਣੀ ਦਾ ਫਰਮਾਨ ਹੋਇਆ ਹੈ, ਬਾਣੀ ਮੁਖੋਂ ਉਚਾਰਿਆ ਹੋਏ ਰੁਸ਼ਨਾਈ ਮਿਟੈ ਅੰਧਿਆਰਾ। ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਜੋ ਸਤਿਗੁਰੂ ਜੀ ਨੇ ਤੁਰਕੀ ਬਾਣੀ ਰਸਨਾ ਤੋਂ ਉਚਾਰਨ ਕੀਤੀ ਹੈ, ਇਸ ਦੇ ਨਾਲ ਸਾਰਾ ਅਗਿਆਨ ਦਾ ਹਨੇਰਾ ਦੂਰ ਹੋਇਆ ਹੈ। ਸੋ ਚਾਨਣ ਤੇ ਪ੍ਰਕਾਸ਼ ਕੀਤਾ ਹੈ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਗੁਰੂ ਕੀ ਬਾਣੀ ਇਸ ਸੰਸਾਰ ਦੇ ਵਿੱਚ ਰੌਸ਼ਨ ਮੁਨਾਰਾ ਹੈ। ਭਾਗਾਂ ਵਾਲਿਆਂ ਦੇ ਹਿਰਦੇ ਵਿੱਚ ਆ ਕੇ ਗੁਰੂ ਕੀ ਬਾਣੀ ਦਾ ਨਿਵਾਸ ਹੁੰਦਾ ਹੈ। ਜਿਸ ਹਿਰਦੇ ਵਿੱਚ ਨਿਵਾਸ ਹੋ ਜਾਵੇ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਉਸ ਹਿਰਦੇ ਵਿੱਚੋਂ ਸਾਰੇ ਪ੍ਰਕਾਰ ਦਾ ਹਨੇਰਾ ਦੂਰ ਹੋ ਕੇ ਗਿਆਨ ਦਾ ਪ੍ਰਕਾਸ਼ ਗੁਰੂ ਕੀ ਬਾਣੀ ਦੀ ਕਿਰਪਾ ਦੇ ਨਾਲ ਹੋ ਜਾਂਦਾ ਹੈ। ਸੋ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਬੱਦਲ ਰੂਪ ਹੋ ਕਰਕੇ ਵਰਖਾ ਆਪ ਜੀ ਨੇ ਕੀਤੀ ਹੈ। ਸਤਿਗੁਰੂ ਜੀ ਦੀ ਤੁਰਕੀ ਬਾਣੀ ਤੋਂ ਪਹਿਲਾਂ ਵੀ ਕੁਝ ਬਾਣੀਆਂ ਸਨ। ਇੱਕ ਮੁਕਤਸਰ ਸਾਹਿਬ ਮਿਲਿਆ ਸੀ, ਉਹ ਕਹਿਣ ਲੱਗਾ ਜੀ ਜੋ ਇਹ ਬਚਨ ਹਨ, ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੁਰਕੀ ਬਾਣੀ ਕਿਵੇਂ ਹੈ? ਅਸੀਂ ਨਹੀਂ ਮੰਨਦੇ, ਕਿਉਂਕਿ ਇਸ ਬਾਣੀ ਬੜੀ ਨੂੰ ਕੇਵਲ 400 ਸਾਲ 500 ਸਾਲ ਮੰਨ ਲੈਂਦੇ ਹੋਇਆ ਹੈ। ਪਰ ਇਸ ਤੋਂ ਪਹਿਲਾਂ ਵੇਦ ਬਾਣੀ, ਪੁਰਾਣ ਬਾਣੀ, ਕੁਰਾਨ ਬਾਣੀ, ਸਿਮਰਤੀਆਂ ਦੀ ਬਾਣੀ, ਸ਼ਾਸਤਰਾਂ ਦੀ ਬਾਣੀ, ਸੋ ਮੁੱਢਲੀ ਬਾਣੀ ਤੋਂ ਮੰਨਣੀ ਚਾਹੀਦੀ ਹੈ। ਇਸ ਵਾਸਤੇ ਇਹ ਤੁਰਕੀ ਬਾਣੀ ਕਿਵੇਂ ਹੋਈ? ਮੈਂ ਪੁੱਛਿਆ ਕਿ ਤੁਸੀਂ ਤੁਰਕੀ ਨੂੰ ਕਹਿੰਦੇ ਹੋ,
ਕਹਿੰਦੇ ਧੁਰ ਤਾਂ ਸਤਿਯੁਗ ਹੀ ਹੋਇਆ ਨਾ, ਉਸ ਤੋਂ ਅੱਗੇ ਤ੍ਰੇਤਾ ਆਇਆ, ਦੁਆਪਰ ਆਇਆ, ਕਲਯੁਗ ਆਇਆ। ਮੈਂ ਬੇਨਤੀ ਕੀਤੀ ਕਿ ਤੁਹਾਨੂੰ ਇਹ ਵੱਡਾ ਭਾਰੀ ਭੁਲੇਖਾ ਹੈ, ਤੁਸੀਂ ਸਤਿਯੁਗ ਨੂੰ ਮੁੱਢ ਮੰਨ ਲਿਆ, ਧੁਰ ਮੰਨ ਲਿਆ। ਮੈਂ ਬੇਨਤੀ ਕੀਤੀ ਹੁਣ ਕਲਯੁਗ ਤੋਂ ਬਾਅਦ ਕੀ ਆਵੇਗਾ, ਤੁਹਾਡਾ ਕੀ ਅਨੁਮਾਨ ਹੈ? ਕਹਿੰਦੇ ਆਖੇ ਕਲਯੁਗ ਤੋਂ ਬਾਅਦ ਸਤਿਯੁਗ ਆਵੇਗਾ। ਫਿਰ ਬੇਨਤੀ ਕੀਤੀ ਕਿ ਸਤਿਯੁਗ ਦਾ ਮੁੱਢ ਫਿਰ ਕਲਯੁਗ ਹੋਇਆ ਨਾ, ਤੇ ਕਲਯੁਗ ਦਾ ਮੁੱਢ ਤ੍ਰੇਤਾ ਹੋਇਆ, ਤ੍ਰੇਤੇ ਦਾ ਮੁੱਢ ਦੁਆਪਰ ਹੋਇਆ, ਦੁਆਪਰ ਦਾ ਮੁੱਢ ਸਤਿਯੁਗ ਹੋਇਆ, ਤੇ ਸਤਿਯੁਗ ਦਾ ਮੁੱਢ ਫਿਰ ਕਲਯੁਗ ਹੋਇਆ। ਜਿਹੜੀ ਚੀਜ਼ ਬਦਲਦੀ ਰਹਿਣ ਵਾਲੀ ਹੈ ਉਹ ਕਦੇ ਮੁੱਢ ਨਹੀਂ ਹੋ ਸਕਦੀ। ਇਸ ਵਾਸਤੇ ਸਤਿਯੁਗ ਨੂੰ ਮੁੱਢ ਮੰਨਣਾ ਇਹ ਅਤਿਅੰਤ ਗਲਤੀ ਹੈ, ਇਹ ਭੁਲੇਖਾ ਹੈ। ਮੁੱਢ ਕੌਣ ਹੈ? ਅਕਾਲ ਪੁਰਖ ਆਪ, ਜਿਸ ਤੋਂ ਇਹ ਸਾਰੀਆਂ ਚੀਜ਼ਾਂ ਪੈਦਾ ਹੋਈਆਂ ਨੇ। ਇਸ ਵਾਸਤੇ ਇਹ ਮੁੱਢ ਤੋਂ ਧੁਰ ਦਾ ਭਾਵ ਹੈ ਅਕਾਲ ਪੁਰਖ ਤੋਂ ਇਹ ਬਾਣੀ ਆਈ ਹੈ। ਬਾਕੀ ਜਿੰਨੀ ਬਾਣੀ ਹੈ ਉਸ 'ਤੇ ਅਸੀਂ ਕਿੰਤੂ ਨਹੀਂ ਕਰਦੇ, ਸਮੇਂ ਸਮੇਂ ਸਿਰ ਚੰਗੀ ਸੀ ਜਿਵੇਂ ਸੀ, ਪਰ ਉਹ ਬਾਣੀ ਧੁਰ ਤੋਂ ਆਈ ਹੋਈ ਬਾਣੀ ਨਹੀਂ। ਉਹ ਬਾਣੀ ਰਿਸ਼ੀਆਂ ਮੁਨੀਆਂ ਨੇ ਇੱਥੇ ਆ ਕੇ ਉਚਾਰਨ ਕੀਤੀ ਹੈ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਨਹੀਂ ਆਪੋ ਉਚਾਰਦੇ, ਅਸੀਂ ਤਾਂ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਮੇ ਲਾ ਲੋ। ਜਿਹੋ ਜੀ ਬਾਣੀ ਸਾਨੂੰ ਅਕਾਲ ਪੁਰਖ ਵੱਲੋਂ ਆ ਰਹੀ ਹੈ, ਸੁਫਰਨ ਹੋ ਰਹੀ ਹੈ, ਉਸੇ ਦੀ ਅਸੀਂ ਵਿਆਖਿਆ ਅੱਗੇ ਕਰ ਰਹੇ ਹਾਂ, ਉਹੀ ਉਚਾਰ ਕੇ ਸੁਣਾ ਰਹੇ ਹਾਂ। ਹਾਂ ਆਪਾਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਅਸੀਂ ਆਪੋ ਤਾਂ ਬੋਲਣ ਹੀ ਨਹੀਂ ਜਾਣਦੇ, ਜੋ ਹੁਕਮ ਆ ਰਿਹਾ ਹੈ ਅਕਾਲ ਪੁਰਖ ਵੱਲੋਂ ਉਹ ਅਸੀਂ ਉਚਾਰ ਰਹੇ ਹਾਂ। ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਕੇਵਲ ਧੁਰ ਕੀ ਬਾਣੀ ਹੈ, ਔਰ ਧੁਰ ਨਾਮ ਅਕਾਲ ਪੁਰਖ ਦਾ ਹੈ, ਧੁਰ ਨਾਮ ਸੱਚਖੰਡ ਦਾ ਹੈ। ਸੋ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਬਾਕੀ ਪਹਿਲੀਆਂ ਬਾਣੀਆਂ ਵੀ ਸਤਿਕਾਰਯੋਗ ਹਨ, ਪਰ ਉਹਨਾਂ ਬਾਰੇ ਬਚਨ ਹਨ। ਕਰਮ ਅਕਰਮੀ ਵਿਚਾਰੀਐ ਸੰਕਾ ਸੁਨ ਵੇਦ ਪੁਰਾਨ, ਸੰਸਾ ਸਦ ਹਿਰਦਾ ਵਸੈ ਕੌਣ ਹਿਰੈ ਅਭਿਮਾਨ। वेद कितेब इफ्तरा भाई दिल का फिक्र ना जाए, टुक दम करारी जाओ करो हाजिर हजूर खुदाए। वो जिहड़ियां पिछलियां बाणियां सन वो सारियां वास्ते सांझियां नहीं सन, वो एक खूह दे जल दी न्याई सन। सतगुरु तीसरे पातशाह दे उपर भी पंडितां ने शंका कीती सी कि जदों पुराणियां बाणियां हैगियां साडे पास, शास्त्र सिमरत पुराणी आदि पुराणां दियां, ये तुसीं नवीं बाणी क्यों उचारण कीती, इहदा फायदा की? तुहाडी बाणी सो वेदां दे अनुसार है कि विरुद्ध है? हजूर सच्चे पातशाह ने कहा कि ना वेदां दे अनुसार ते ना वेदां दे विरुद्ध। वेदां दे अनुसार इस करके नहीं क्योंकि वेदां विच केवल कर्म कांड का कथन बहुता है, तिन्नां गुणां नूं कथन करन वाली वेद बाणी है। कर्म उपासना ते ज्ञान नूं, वो ज्ञान भी नाना प्रकार का है। इस वास्ते गुरु की बाणी कर्म उपासना ज्ञान तक ही केवल महदूद नहीं, इस वास्ते वेदां दे अनुसार नहीं। ते वेदां दे विरुद्ध क्यों नहीं कहते? वेद भी इक्के दा कथन करते हैं, गुरु की बाणी भी इक्को दा कथन करती है। सो जिथे एक दा कथन करने वाले महावाक हैं वेदां विच, उत्थे अनुसार है, दूजी थावां ते नहीं। इस वास्ते ना वेदां दे अनुसार ते ना वेदां दे विरुद्ध गुरु की बाणी सुतंत्र है। फिर कहते जी इस दी रचन की लोड़ की पई? सतगुरु तीसरे पातशाह जी ने बचन कीते, जैसी धरती उपर मेघला बरसत है, क्या धरती मध्य पानी नाही, जैसे धरती मध्य पानी प्रगासिया, विण पग्गा वरसत फिराही, बाबा तू ऐसे भरम चुका है। हजूर सच्चे पातशाह कहने लगे ठीक है, जिहड़ी बाणी तुसीं कहंदे हो उन्हां विच भी ज्ञान है, पर उस ज्ञान नूं प्राप्त करना कठिन बड़ा भारी है। हजूर सच्चे पातशाह कहते जैसी धरती उपर मेघला बरसत है, क्या धरती मध्य पानी नाही? धरती ते किते भी जाइए उहदे थल्ले पानी जरूर है। ये वक्री गल है, किते उच्चा है, किते डूंगा है, किते होर नीवा है, किते होर नीवा है, किते कौड़ा भी निकल सकता है, किते मिठा निकल सकता, पर है जरूर। बठिंडे की धरती विच परे बीकानेर वाल भी पानी जरूर है, भावें डूंगा है, पर वो थल्ले पानी दे हुंदियां होया उपर जिहड़ा पानी है उस दे भी हुंदियां होया जदों तक मीह नहीं पैंदा तदों तक खेतियां सरसब्ज ते चंगियां ठीक नहीं रह सकदियां। मीह ना पवे तो खूहां दा पानी भी कौड़ा हो जाता है, नदियां नालियां दा पानी भी खराब हो जाता है, बल्कि नदियां नाले चलणगे कित्थों जदों मीह पिया ही ना। इस वास्ते बरखा दे रुੱਤ ਦੀ बड़ी भारी जरूरत है। पानी धरती दे विच हुंदियां होइयां भी जिवें मीह दी जरूरत है, इस तरह वेदां शास्त्रां दा ज्ञान हुंदियां होइयां भी फिर भी गुरु की बाणी की बड़ी भारी जरूरत सी। कहंदे जी कारण की दसो? हजूर कहण लगे जिवें बठिंडे की धरती विचों पानी पटना चाहिए, कढ़ना चाहिए, बड़ा औखा है। इस तरह जिहड़ी वेद विद्या है ਇਹਦਾ पढ़ना बड़ा भारी कठिन। पहला 12 सालां विच ज्योतिष पिंगल व्याकरण, सो
ਸਿੱਖਿਆ ਕਲਪ ਤੇ ਨਿਰੁਕਤ ਇਹ ਖੱਟ ਅੰਗ ਪਹਿਲਾਂ 6 ਅੰਗ ਵੇਦ ਦੇ 12 ਸਾਲਾਂ ਵਿੱਚ ਕੋਈ ਪੜ੍ਹੇ ਫਿਰ ਕਿਤੇ ਵੇਦ ਦੇ ਪੜ੍ਹਨ ਦਾ ਅਧਿਕਾਰੀ ਬਣ ਸਕਦਾ, ਫਿਰ ਕਿਤੇ ਵਿਦਿਆਰਥੀ ਬਣ ਸਕਦਾ। ਕੇਵਲ 12 ਸਾਲ ਫਿਰ ਵਿਦਿਆ ਪੜ੍ਹੇ, ਫਿਰ ਉਹਨੂੰ ਆਪਣੀ ਦੇਸ਼ ਬੋਲੀ ਭੁੱਲ ਜਾਵੇਗੀ, ਉਹੀ ਬੋਲੀ ਕੇਵਲ ਚੇਤੇ ਰਹਿ ਜਾਵੇਗੀ। ਫਿਰ ਉਹਨੂੰ ਦੇਸ਼ ਬੋਲੀ ਵਿੱਚ ਜੇ ਵਿਆਖਿਆ ਕਰਕੇ ਸਮਝਾਉਣ ਦਾ ਯਤਨ ਕਰੇਗਾ ਤਾਂ ਸਮਝਾ ਨਹੀਂ ਸਕੇਗਾ। ਇਸ ਵਾਸਤੇ ਵੇਦ ਵਿਦਿਆ ਪੜ੍ਹਨੀ ਇੰਨੀ ਕਠਿਨ ਹੈ ਜਿਵੇਂ ਬੀਕਾਨੇਰ ਦੀ ਧਰਤੀ ਦੇ ਵਿੱਚ ਖੂਹ ਪੱਟ ਕੇ ਥੱਲਿਓਂ ਕੋਈ ਪਾਣੀ ਕੱਢਣਾ ਹੈ, ਇਹ ਬੜਾ ਭਾਰੀ ਔਖਾ ਤੇ ਮੁਸ਼ਕਿਲ ਹੈ। ਫਿਰ ਜੇ ਕੋਈ ਖੂਹ ਕੱਢ ਵੀ ਲੈਂਦਾ ਹੈ, ਉਸ ਖੂਹ ਤੇ ਉਹ ਆਪਣਾ ਕਬਜ਼ਾ ਕਰ ਲੈਂਦਾ ਹੈ। ਉਹ ਕਹਿੰਦਾ ਮੈਂ ਦੂਸਰੇ ਨੂੰ ਪਾਣੀ ਨਹੀਂ ਦੇਣਾ। ਜੇ ਕੋਈ ਇੱਕ ਅੱਧਾ ਮਿੰਟ ਤਰਲਾ ਕਰੇ, ਕਿਸੇ ਕਦੇ ਦਾ ਕੋਈ ਕਿਆਰਾ 2 ਕਿਆਰੇ ਭਾਵੇਂ ਕੋਈ ਸਿੰਜ ਦੇਵੇ, ਨਹੀਂ ਤਾਂ ਨਹੀਂ। ਇਸੇ ਤਰ੍ਹਾਂ ਪੰਡਤੋ ਜਿਹੜੀ ਵੇਦ ਵਿਦਿਆ ਸੀ ਤੁਹਾਡੀ, ਤੁਸੀਂ ਕਬਜ਼ਾ ਹੀ ਇਹਦੇ ਤੇ ਆਪ ਕਰ ਲਿਆ। ਤੁਸੀਂ ਕਿਹਾ ਕਿ ਕੇਵਲ ਇਹਨੂੰ ਬ੍ਰਾਹਮਣ ਹੀ ਪੜ੍ਹ ਸਕਦੇ ਹਨ, ਹੋਰ ਕਿਸੇ ਨੂੰ ਪੜ੍ਹਨ ਦਾ ਅਧਿਕਾਰ ਨਹੀਂ। ਛਤਰੀ ਕੇਵਲ ਸੁਣ ਸਕਦਾ ਹੈ, ਵੈਸ ਤੇ ਸ਼ੂਦਰ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਵੇਦ ਵਿਦਿਆ ਪੜ੍ਹ ਸਕੇ। ਇਸ ਵਾਸਤੇ ਤੁਹਾਡੇ ਜਿਹੜੀ ਇਹ ਵੇਦ ਵਿਦਿਆ ਸੀ ਕੇਵਲ ਖੂਹ ਦੇ ਪਾਣੀ ਦੀ ਨਹੀਂ ਆਈ, ਉਹ ਵੀ ਬੜੀ ਭਾਰੀ ਕਠਿਨ ਪ੍ਰਾਪਤ ਹੋਣ ਵਾਲੀ, ਬਾਕੀਆਂ ਨੂੰ ਤੁਸੀਂ ਅਧਿਕਾਰ ਹੀ ਨਾ ਰਹਿਣ ਦਿੱਤਾ। ਜੋ ਇਹ ਤੁਰਕੀ ਬਾਣੀ ਉਚਾਰ ਰਹੇ ਹਾਂ, ਹਜੂਰ ਕਹਿਣ ਲੱਗੇ ਕਨ ਗਰਜਿਤ ਗੋਬਿੰਦ ਰੂਪ, ਸਤਿਗੁਰੂ ਨਾਨਕ ਸਾਹਿਬ ਜੀ ਬੱਦਲ ਰੂਪ ਹੋ ਕਰਕੇ ਵਰੇ ਔਰ ਗਰਜ ਗਰਜ ਕੇ ਕੀਰਤਨ ਦੀਆਂ ਗਰਜਾਂ ਪਾਈਆਂ। ਜਿਵੇਂ ਬੱਦਲ ਦਾ ਜਿਹੜਾ ਮੀਂਹ ਹੈ ਉਹਦਾ ਹਰੇਕ ਨੂੰ ਅਧਿਕਾਰ ਹੈ, ਉਹ ਰਾਜੇ ਦੇ ਮਹਿਲਾਂ ਤੇ ਵੀ ਪੈਂਦਾ, ਉਹ ਗਰੀਬਾਂ ਦੀ ਕੁੱਖਾਂ ਆਪਣੀ ਕੱਖਾਂ ਦੀ ਕੁੱਲੀ ਤੇ ਵੀ ਪੈਂਦਾ ਹੈ, ਉਹ ਮਾੜਿਆਂ ਥਾਵਾਂ ਤੇ ਵੀ ਪੈਂਦਾ, ਉਹ ਚੰਗੀਆਂ ਥਾਵਾਂ ਤੇ ਵੀ ਪੈਂਦਾ, ਉਹ ਉੱਚੀਆਂ ਥਾਵਾਂ ਤੇ ਵੀ ਪੈਂਦਾ, ਉਹ ਨੀਵੀਆਂ ਥਾਵਾਂ ਤੇ ਵੀ ਪੈਂਦਾ ਹੈ, ਉਹ ਸਰੋਵਰਾਂ ਤੇ ਸਮੁੰਦਰਾਂ ਵਿੱਚ ਵੀ ਪੈਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਆਪ ਬੱਦਲ ਰੂਪ ਹੋ ਕਰਕੇ ਗਰਜੇ। ਸੋ ਰਾਜਿਆਂ ਨੂੰ ਵੀ ਪਵਿੱਤਰ ਉਪਦੇਸ਼ ਦਿੱਤਾ, ਭਾਈ ਲਾਲੋ ਨੂੰ ਵੀ ਪਵਿੱਤਰ ਉਪਦੇਸ਼ ਦਿੱਤਾ, ਤੇ ਮਾੜਿਆਂ ਥਾਵਾਂ ਦੀ ਨਿਆਈ ਸੱਜਣ ਠੱਗ ਤੇ ਵੀ ਕਿਰਪਾ ਕੀਤੀ, ਕੌਡੇ ਰਾਖਸ਼ ਤੇ ਵੀ ਮਿਹਰ ਕੀਤੀ। ਜਿਹੜੇ ਉੱਚੇ ਚੰਗੇ ਜੀਵਨ ਵਾਲੇ ਭਾਈ ਭਗੀਰਥ ਤੇ ਸਧਾਰਨ ਵਰਗੇ ਸਨ, ਉਹਨਾਂ ਤੇ ਵੀ ਆਪ ਜੀ ਨੇ ਮਿਹਰ ਕੀਤੀ। ਉੱਚੇ ਉੱਚੇ ਟਿੱਬਿਆਂ ਤੇ ਚੜੇ ਹੋਏ ਜਿਹੜੇ ਵਲੀ ਕੰਧਾਰੀ ਵਰਗੇ ਹੰਕਾਰ ਦੇ ਭਰੇ ਹੋਏ, ਉਹਨਾਂ ਤੇ ਵੀ ਮਿਹਰ ਕੀਤੀ। ਤੇ ਨਿਮਰਤਾ ਦੇ ਸਰੋਵਰ ਜਿਹੜੇ ਬਣੇ ਬੈਠੇ ਸਨ, ਉਹਨਾਂ ਤੇ ਵੀ ਬਖਸ਼ਿਸ਼ ਕੀਤੀ। ਜਿਹੜੇ ਗਿਆਨ ਦੇ ਨਦੀਆਂ ਤੇ ਨਾਲੇ ਕਹਾਉਂਦੇ ਸਨ ਵੱਡੇ ਵੱਡੇ ਪੰਡਤ, ਸੋ ਕਾਂਸ਼ੀ ਵਿੱਚ ਜਾ ਕੇ ਉਹਨਾਂ ਤੇ ਵੀ ਬਖਸ਼ਿਸ਼ ਕੀਤੀ। ਔਰ ਮੱਕੇ ਤੇ ਮਦੀਨੇ ਵਿੱਚ ਪਹੁੰਚ ਕਰਕੇ ਜਿਹੜੇ ਆਪਣੇ ਆਪ ਨੂੰ ਸਮੁੰਦਰ ਕਹਾਉਂਦੇ ਸਨ, ਅਸੀਂ ਗਿਆਨ ਦੇ ਸਮੁੰਦਰ ਹਾਂ, ਉਹਨਾਂ ਤੇ ਵੀ ਬਖਸ਼ਿਸ਼ ਕੀਤੀ, ਉਹਨਾਂ ਦਾ ਖਾਰਾ ਪੁਣਾ ਵੀ ਚੱਕਿਆ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਅਧਿਕਾਰ ਜਿੱਥੇ ਰਾਜਿਆਂ ਨੂੰ ਹੈ ਉੱਥੇ ਗਰੀਬਾਂ ਨੂੰ ਵੀ ਹੈ, ਜਿੱਥੇ ਬ੍ਰਾਹਮਣਾਂ ਨੂੰ ਹੈ ਉੱਥੇ ਛਤਰੀਆਂ ਨੂੰ ਵੀ ਹੈ, ਉੱਥੇ ਵੈਸਾਂ ਨੂੰ ਤੇ ਉੱਥੇ ਸ਼ੂਦਰਾਂ ਨੂੰ ਵੀ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਧਰੇ ਸਿਮਰ ਚੰਡਾਲ, ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੈ ਹਰਵਾਲ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾ ਕਉ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ, ਘਟ ਘਟ ਨਾਨਕ ਮਾਝਾ। ਹੇ ਪੰਡਤ ਲੋਕੋ, ਤੁਹਾਡੇ ਦੁਆਲੇ ਸ਼ੁਆਲੇ ਮੰਦਰਾਂ ਵਿੱਚ ਕੋਈ ਮੁਸਲਮਾਨ ਆ ਸਕਦਾ? ਕਹਿੰਦੇ ਜੀ ਬਿਲਕੁਲ ਨਹੀਂ। ਕੋਈ ਸ਼ੂਦਰ ਆ ਸਕਦਾ? ਕਹਿੰਦੇ ਨਹੀਂ। ਕਹਿੰਦੇ ਤੁਹਾਡੀਆਂ ਘਰ ਵਾਲੀਆਂ ਆ ਸਕਦੀਆਂ? ਕਹਿੰਦੇ ਜੀ ਕੋਈ ਹੱਕ ਨਹੀਂ। ਹਜੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਕਾ ਐਸਾ ਦਰਬਾਰ ਹੈ, ਕਿਸੇ ਦੇਸ਼ ਦਾ, ਕਿਸੇ ਕੌਮ ਦਾ, ਕਿਸੇ ਜਾਤੀ ਦਾ, ਕਿਸੇ ਉਮਰ ਦਾ, ਕਿਸੇ ਵੀ ਮੌਕੇ ਤੇ ਆਵੇ, ਕਬੀਰ ਜੇ ਦਰ ਆਵਤ ਜਾਤਿਓ ਹਟਕਾ ਨਾਹੀਂ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਔਰ ਹਰੇਕ ਨੂੰ ਗੁਰੂ ਕੀ ਬਾਣੀ ਦਾ ਪੂਰਾ ਅਧਿਕਾਰ ਹੈ, ਔਰ ਮਾਈਆਂ ਨੂੰ ਪੂਰਾ ਅਧਿਕਾਰ ਦਿੱਤਾ ਗਿਆ ਹੈ। ਸੋ ਕਿਉ ਮੰਦਾ ਆਖੀਆਂ ਜਿਤ ਜੰਮੈ ਰਾਜਾਨ, ਚਹੁ ਜੁਗਾਂ ਕਹੁ ਨਿਬੇੜਾ, ਨਰ ਮਨੁੱਖਾ ਨੂੰ ਏਕ ਨਿਧਾਨਾ। ਇਸਤਰੀਆਂ ਤੇ ਪੁਰਸ਼ਾਂ ਨੂੰ ਇੱਕੋ ਹੀ ਸਾਂਝਾ ਖਜ਼ਾਨਾ ਸਤਿਗੁਰੂ ਜੀ ਨੇ ਕਿਰਪਾ ਕਰਕੇ ਦਿੱਤਾ ਹੈ। ਇਸ ਵਾਸਤੇ ਵੇਦ ਬਾਣੀ, ਪੁਰਾਣ ਬਾਣੀ, ਕੁਰਾਨ ਬਾਣੀ, ਸਿਮਰਤੀਆਂ ਦੀ ਬਾਣੀ, ਸਾਰੀ ਬਾਣੀ ਹੁੰਦਿਆਂ ਸੁਣਦਿਆਂ ਤੋਂ ਵੀ ਤੁਰਕੀ ਬਾਣੀ ਦੀ ਅਤਿਅੰਤ ਲੋੜ ਸੀ। ਤੁਰਕੀ ਬਾਣੀ ਬਿਨਾਂ ਸਾਰੀ ਨਹੀਂ ਸੀ ਸਕਦਾ। ਤੁਰਕੀ ਬਾਣੀ ਦੇ ਆਉਣ ਕਰਕੇ ਹੀ ਬਾਕੀ ਦੀਆਂ ਵਿੱਚ ਸੁਸ਼ੋਭਤ ਹਨ, ਨਹੀਂ ਤਾਂ ਨਹੀਂ। ਇਸ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ 10 ਸਰੂਪਾਂ ਦੇ ਵਿੱਚ ਕਿਰਪਾ ਕਰਕੇ ਇਹ ਤੁਰਕੀ ਬਾਣੀ ਆਪ ਜੀ ਨੇ ਉਚਾਰਨ ਕੀਤੀ। ਔਰ ਥਾਵਾਂ ਥਾਵਾਂ ਤੇ ਵਿਚਰ ਕਰਕੇ ਆਪਣੇ ਹੱਥ ਵਿੱਚ ਰਬਾਬ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਮੁਖੀ ਗੁਰੂ ਜੀ ਕਲਯੁਗ ਦੇ ਵਿੱਚ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ। ਆਪ ਜੀ ਨੇ ਮਿਹਰ ਕੀਤੀ ਔਰ ਸਾਰੇ ਸ਼ੰਕੇ ਨਿਵਰਤ ਕੀਤੇ, ਸਾਰਿਆਂ ਨੂੰ ਠੰਡ ਵਰਤਾਈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਔਰ ਬਚਨ ਕੀਤੇ ਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਾਇ ਧਿਆਨਾ। ਕਲਯੁਗ ਦੇ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ ਪ੍ਰਧਾਨ ਸਾਧਨ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ। ਬਾਕੀ ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਜਿਹੜਾ ਕੀਰਤਨ ਹੈ ਖਾਲਸਾ ਜੀ, ਇਹ ਐਸੀ ਗੁਰੂ ਕੀ ਦਾਤ ਹੈ
ਜਿਵੇਂ ਹੜ੍ਹ ਦਾ ਮੀਂਹ ਪਵੇ, ਬੜਾ ਭਾਰੀ ਜ਼ੋਰ ਦਾ ਮੀਂਹ ਪਵੇ, ਉਹ ਜਿੰਨਾ ਕੱਖ ਕਾਣ, ਜਿੰਨਾ ਗੰਦ ਪਿੱਲ ਗਲੀਆਂ ਵਿੱਚ ਹੋਵੇ ਸਭ ਉਹ ਹੂੰਜ ਕੂਚ ਕੇ ਸਾਫ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਗੁਰੂ ਕੀ ਬਾਣੀ ਦਾ ਜਿਹੜਾ ਹੱਲੇ ਦਾ ਕੀਰਤਨ ਹੈ, ਹਿਰਦੇ ਵਿੱਚ ਜਿੰਨੇ ਮਾੜੇ ਸੰਸਕਾਰ, ਮਾੜੇ ਫੁਰਨੇ, ਵਿਸ਼ੇ ਵਿਕਾਰ ਤੇ ਔਗਣ ਪਾਪ ਸਾਰਿਆਂ ਨੂੰ ਧੂ ਕੇ, ਸੋ ਸਾਰਿਆਂ ਨੂੰ ਰੋੜ ਕੇ ਲਿਜਾ ਕੇ ਸਾਫ਼ ਕਰਨ ਨੂੰ ਇਹ ਸਮਰੱਥ ਹੈ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕੀਤੀ, ਜਿੱਥੇ ਕੀਰਤਨ ਦੀ ਦਾਤ ਦਿੱਤੀ ਉੱਥੇ ਗੁਰੂ ਕੀ ਬਾਣੀ ਦੀ ਵਿਚਾਰ ਵੀ ਆਪ ਜੀ ਨੇ ਕਿਰਪਾ ਕਰਕੇ ਬਖਸ਼ੀ ਹੈ। ਹਜ਼ੂਰ ਦੇ ਬਚਨ ਹਨ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਮਹਾਂਪੁਰਖ ਅਕਾਲ ਪੁਰਖ ਦਾ ਇੱਥੇ ਨਾਮ ਹੈ। ਕਿਤੇ ਮਹਾਂਪੁਰਖਨ ਸਤਿਗੁਰਾਂ ਦਾ ਵਾਚਕ ਹੈ। ਬਾਣੀ ਮੰਤਰ ਮਹਾਂਪੁਰਖਨ ਕੀ ਮਨ ਹੈ ਉਤਾਰਨ ਮਾਨ ਕੋ, ਉੱਥੇ ਸਾਰੇ ਸਤਿਗੁਰਾਂ ਦਾ ਵਾਚਕ ਹੈ। ਮਹਾਂਪੁਰਖ ਅਕਾਲ ਪੁਰਖ ਦਾ ਵਾਚਕ ਹੈ। ਇਹ ਅਕਾਲ ਪੁਰਖ ਦੀ ਭੇਜੀ ਹੋਈ ਬਾਣੀ ਸਤਿਗੁਰਾਂ ਦੀ ਰਸਨਾ ਦੁਆਰਾ ਸੰਸਾਰ ਵਿੱਚ ਆ ਕੇ ਪ੍ਰਗਟ ਹੋਈ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਉੱਥੇ ਨਾਲ ਨਾਲ ਗੁਰੂ ਕੀ ਬਾਣੀ ਦੀ ਵਿਚਾਰ ਕਰਨ ਦੀ ਵੀ ਮਹਾਨਤਾ ਆਪ ਜੀ ਨੇ ਫਰਮਾਈ ਹੈ। ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਗੁਰੂ ਕੀ ਬਾਣੀ ਦੀ ਵਿਚਾਰ, ਗੁਰੂ ਕੀ ਬਾਣੀ ਦੇ ਅਰਥ, ਗੁਰੂ ਕੀ ਬਾਣੀ ਦੀ ਕਥਾ, ਇਹ ਵੀ ਅਤਿਅੰਤ ਜ਼ਰੂਰੀ ਹੈ। ਕਥਾ ਤੇ ਕੀਰਤਨ ਦਾ ਬੜਾ ਭਾਰੀ ਸੰਬੰਧ ਹੈ। ਸੋ ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਆਪਾਂ ਕੀਰਤਨ ਰਾਤ ਵੀ, ਕੱਲ ਵੀ, ਅੰਮ੍ਰਿਤ ਵੇਲੇ ਵੀ ਸਰਵਣ ਕੀਤਾ ਹੈ। ਅੱਜ ਸੀ ਰਾਮ ਰੰਗ ਕਦੇ ਉਤਰ ਨਾ ਜਾਏ, ਇਹ ਪ੍ਰਕਰਨ ਸੀ। ਤੇ ਰਾਤੀ ਸੀ ਗੁਰਸਿੱਖ ਦਾ ਕਿਹੋ ਜਿਹਾ ਜੀਵਨ ਹੋਣਾ ਚਾਹੀਦਾ ਹੈ। ਉਸ ਤੋਂ ਪਹਿਲਾਂ ਸੀ ਮਾਧੋ ਤੁਮਨ ਤੋਰੋ, ਤੁਮਨ ਤੁਮਨ ਤੋਰੋ ਤਉ ਹਮ ਨਹੀਂ ਤੋਰੈ। ਤੁਮ ਨਾ ਤੋਰੋ ਨਹੀਂ, ਜੇ ਤੁਸੀਂ ਨਾ ਤੋੜੋਗੇ ਤੇ ਅਸੀਂ ਨਹੀਂ ਤੋੜਦੇ, ਤੇ ਜੇ ਤੁਸੀਂ ਤੋੜ ਜਾਓਗੇ ਤੇ ਅਸੀਂ ਤੋੜ ਦਿਆਂਗੇ। ਤੁਹਾਡਾ ਤਾਂ ਸਰ ਜਾਣਾ। ਸਹੀਆਂ ਤਉ ਅਸੰਖ ਮੰਨਿਓ ਹੱਬ ਵਧਾਣੀਆਂ। ਤੁਸੀਂ ਤਾਂ ਸਾਡੇ ਨਾਲ ਨਾ ਪਿਆਰ ਕਰੋਗੇ, ਤੁਹਾਡੇ ਵਾਸਤੇ ਤਾਂ ਹੋਰ ਬੇਅੰਤ ਗੁਰਸਿੱਖ ਸੰਤ ਭਗਤ ਮਹਾਤਮਾ, ਪਰ ਸਾਡਾ ਤੁਹਾਡੇ ਬਿਨਾਂ ਨਹੀਂ ਸਰਨਾ। ਮਾਧੋ ਤੁਮਨ ਤੋਰੋ ਤਉ ਹਮ ਨਹੀਂ ਤੋਰੈ, ਤੁਮ ਸਿਓ ਤੋਰ ਕਵਨ ਸਿੰਘ ਜੋਰੈ। ਤੁਹਾਡੇ ਨਾਲੋਂ ਤੋੜ ਕੇ ਅਸੀਂ ਕਿਹਦੇ ਨਾਲ ਜੋੜੀਏ ਸੱਚੇ ਪਾਤਸ਼ਾਹ। ਸੋ ਇਹ ਪ੍ਰਕਰਨ ਕਿਆ ਸੋਹਣੇ ਕੀਰਤਨ ਦੁਆਰਾ ਗੁਰਮੁਖ ਪਿਆਰਿਆਂ ਨੇ ਇੰਨੇ ਦ੍ਰਿਸ਼ਟਾਂਤ ਤੇ ਪ੍ਰਮਾਣ ਜਿਵੇਂ ਮੀਂਹ ਪੈਂਦਾ ਹੈ। ਸੋ ਇਸ ਪ੍ਰਕਾਰ ਸੋਹਣੇ ਪ੍ਰਕਰਨ ਆਪਾਂ ਨੂੰ ਇਹ ਤਿੰਨੇ ਸੁਣਾਏ, ਕੀਰਤਨ ਦੁਆਰਾ ਸਾਨੂੰ ਨਿਹਾਲ ਕੀਤਾ। ਪਰ ਜੇ ਕਿਸੇ ਪੰਕਤੀ ਦੇ ਅਰਥ ਕੀਰਤਨ ਦੁਆਰਾ ਕੇਵਲ ਚੰਗੀ ਤਰ੍ਹਾਂ ਨਾ ਸਾਨੂੰ ਸਪਸ਼ਟ ਹੋਣ ਤਾਂ ਉਸ ਦੇ ਵਾਸਤੇ ਮਹਾਰਾਜ ਸਾਹਿਬ ਨੇ ਕਥਾ ਬਣਾ ਦਿੱਤੀ ਹੈ। ਕਥਾ ਜਿਹੜੀ ਹੈ ਇਹ ਜਿਵੇਂ ਥਿਮ ਥਿਮ ਕੇ ਝੜੀ ਦਾ ਮੀਂਹ ਪਵੇ, ਸੋ ਇਸ ਤਰ੍ਹਾਂ ਦੀ ਹੈ। ਜਿੰਨੀਆਂ ਵੀ ਬੂੰਦਾਂ ਪੈਣ ਉਹ ਧਰਤੀ ਦੇ ਵਿੱਚ ਸਮਾਉਂਦੀਆਂ ਜਾਂਦੀਆਂ ਹਨ, ਉਹ ਬਾਹਰ ਡੁੱਲਦੀਆਂ ਨਹੀਂ। ਕਈ ਵਾਰੀ ਜੇ ਬਹੁਤਾ ਮੀਂਹ ਪਵੇ ਤਾਂ ਵੱਟਾਂ ਤੋੜ ਕੇ ਖੇਤ ਖਾਲੀ ਵੀ ਹੋ ਜਾਂਦੇ ਨੇ, ਪਰ ਜਿਹੜਾ ਝੜੀ ਦਾ ਮੀਂਹ ਹੈ ਵਰਿਆ ਹੋਇਆ ਉਹ ਜ਼ਰੂਰ ਵਿੱਚੇ ਪਾਣੀ ਜਜ਼ਬ ਹੁੰਦਾ ਜਾਂਦਾ ਹੈ। ਸੋ ਸਤਿਗੁਰੂ ਜੀ ਨੇ ਜਿਹੜੀ ਇਹ ਕਥਾ ਕਿਰਪਾ ਕਰਕੇ ਆਰੰਭ ਕੀਤੀ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਝੜੀ ਦਾ ਮੀਂਹ ਕਿਰਪਾ ਕਰਕੇ ਬਖਸ਼ਿਆ ਹੈ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਪਰ ਕਥਾ ਹੋਵੇ, ਸੋ ਇੱਕ ਕਥਾ ਹੁੰਦੀ ਹੈ, ਇੱਕ ਜਥਾ ਹੁੰਦੀ ਹੈ, ਇੱਕ ਤਥਾ ਹੁੰਦੀ ਹੈ। ਸੋ ਕਥਾ ਉਹ ਹੈ, ਕਥਾ ਦੇ ਅਖਰੀ ਅਰਥ ਹਨ, ਕੈ ਨਾਮ ਹੈ ਸੁਖ ਸਰੂਪ ਦਾ, ਥਾ ਨਾਂ ਹੈ ਥਾਂ ਦਾ। ਸੁਖ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਜਿਹੜੀ ਹੋਵੇ ਉਹਦਾ ਨਾਮ ਹੈ ਕਥਾ। ਸੋ ਸਭ ਤੇ ਉੱਤਮ ਹਰ ਕੀ ਕਥਾ, ਰਾਜਿਆਂ ਦੀ ਕਥਾ ਵੀ ਆਉਂਦੀ ਹੈ, ਹੋਰ ਅਨੇਕ ਪ੍ਰਕਾਰ ਦੇ ਝਗੜਿਆਂ ਦੀ ਕਥਾ ਵੀ ਆਉਂਦੀ ਹੈ। ਇਹਨਾਂ ਸਾਰੀਆਂ ਕਥਾ ਵਿੱਚੋਂ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਕਥਾ ਉੱਤਮ ਹੈ। ਨਿਰਗੁਣ ਕਥਾ ਹੈ ਹਰ ਕੀ। ਸੋ ਹਰੀ ਪਰਮੇਸ਼ਰ ਨਿਰਗੁਣ ਸਰੂਪ ਦੀ ਜਿਹੜੀ ਕਥਾ ਹੈ, ਬਾਕੀ ਕਥਾ ਵਿੱਚੋਂ ਇਹ ਉੱਤਮ ਹੈ। ਸੋ ਜਥਾ ਹੁੰਦੀ ਹੈ, ਜਿਹੋ ਜਿਹਾ ਮਾਹੌਲ ਵੇਖਿਆ ਉਹੋ ਜਿਹੀ ਗੱਲਾਂ ਬਾਤਾਂ ਕਰੀ ਗਏ, ਉਹ ਜਿਹੜੇ ਬੈਠੇ ਨੇ ਉਹਨਾਂ ਨੂੰ ਕੇਵਲ ਪ੍ਰਸੰਨ ਕਰਨ ਵਾਸਤੇ ਉਹੋ ਜਿਹੀ ਗੱਲ ਕਰੀ ਜਾਣੀ, ਉਹਦਾ ਨਾਮ ਹੈ ਜਥਾ। ਤੇ ਤਥਾ ਹੁੰਦੀ ਹੈ, ਜਿਹੋ ਜਿਹਾ ਕਿਸੇ ਨੇ ਪ੍ਰੇਰਨਾ ਕੀਤੀ ਇਹੋ ਜਿਹੀ ਗੱਲ ਬੋਲ, ਜਾਂ ਜਿਹੋ ਜਿਹਾ ਅਗਲਾ ਬੋਲ ਕੇ ਗਿਆ ਉਸੇ ਤਰ੍ਹਾਂ ਦੀ ਗੱਲ ਸੁਣਾਇਆ ਜਿਹੜੀ, ਉਹ ਹੁੰਦੀ ਹੈ ਤਥਾ। ਕਥਾ ਸਭ ਤੋਂ ਉੱਤਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ। ਤੇ ਕਥਾ ਵੀ ਉਹ ਹੋਵੇ ਜਿਹੜੀ ਨਿਰਗੁਣ ਕਥਾ ਹੈ ਹਰ ਕੀ। ਗੁਰੂ ਕੀ ਕਥਾ ਦੇ ਵਿੱਚ ਕੋਈ ਕਿਸੇ ਪ੍ਰਕਾਰ ਕਿਸੇ ਤੇ ਕਿੰਤੂ, ਬਿਨਾਂ ਕਾਰਨ ਤੋਂ ਝਗੜਾ ਜਾਂ ਘਰੇਲੂ ਗੱਲਾਂ ਜਾਂ ਹੋਰ ਕੋਈ ਕਿਸੇ ਪ੍ਰਕਾਰ ਦੀਆਂ ਗੱਲਾਂ ਨਹੀਂ। ਗੁਰੂ ਕੀ ਕਥਾ ਵਿੱਚ ਕੇਵਲ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਿਆ ਕਿਵੇਂ ਜਾਵੇ, ਸਾਡੇ ਵਿਕਾਰ ਕਿਵੇਂ ਮਿਟਣ, ਸਾਡਾ ਮਨ ਇਕਾਗਰ ਕਿਵੇਂ ਹੋਵੇ, ਗੁਰੂ ਕੀ ਕਿਰਪਾ ਦੇ ਪਾਤਰ ਕਿਵੇਂ ਬਣੀਏ। ਕਥਾ ਦੇ 6 ਅੰਗ ਹੁੰਦੇ ਹਨ ਗੁਰੂ ਕੇ ਪਿਆਰਿਓ, ਕਿਉਂਕਿ ਅੱਜ ਗੁਰੂ ਕੀ ਅੰਮ੍ਰਿਤ ਰੂਪ ਬਾਣੀ ਦੀ ਕਥਾ ਮੱਧ ਵਿੱਚ ਆਈ ਹੈ। ਆਰੰਭ ਵਿੱਚ, ਮੱਧ ਵਿੱਚ ਤੇ ਸਮਾਪਤੀ ਤੇ ਇੰਨੀਆਂ ਬੇਨਤੀਆਂ ਕਰਨੀਆਂ ਜ਼ਰੂਰੀ ਹੁੰਦੀਆਂ ਨੇ। ਸੋ ਇਹ ਕਥਾ ਦੇ 6 ਅੰਗ ਹੁੰਦੇ ਹਨ। ਇੱਕ ਤਾਂ ਪਹਿਲਾਂ ਸਭ ਤੋਂ ਆਰੰਭ ਦੇ ਵਿੱਚ ਅੱਖਰ ਦਾ ਸੁੱਧ ਉਚਾਰਨ,
जे पाठ ही नहीं पहला सानू शुद्ध करना आउंदा सो ते फिर असीं उहदे अर्थ की सिखांगे। सो पहला शुद्ध उचारण तो बाद फिर वो अखर की व्युत्पत्ति, अखर बनया कित्थों है। जिवें गुर अखर है, गुर कित्थों बनया, दी धातु की है, यदि गिर धातु है, गिर निगलण वाला, गिर पहाड़ की न्याई वड्डा, गिर बाणी, इस प्रकार ये गिर ये धातु तो गुर अखर बनया। सो गुरु अखर दे विच सारे गुण हनगे कि नहीं? सारे गुण हन। अचल मूर्त अनभव प्रकाश, गिर पहाड़ जिवें अचल हुंदा हिलदा नहीं, इस तरह सतगुरु सच्चे पातशाह भी अचल हन, हिलन वाले नहीं। गिर नाम बाणी दा है, बाणी गुरु, गुरु है बाणी, विच बाणी अमृत सारे। गुरबाणी कहे सेवक जन मानै, प्रतख गुरु निस्तारे। गिर नाम है निगलन दा, खा जाण दा, मेट देण दा। सतगुरु सच्चे पातशाह भी गुरसिखां दे अवगण पापां नूं मेट दिंदे हन कि नहीं? तन तन रामदास गुर जिन सिरिया तिनै सवारिया। अगे फरमाउंदे हन, लब लोभ काम क्रोध मोह, मार कड्डे तुर सब परवारिया। इस वास्ते गिर धातु तो बनया है गुर अखर, ये शुद्ध है और सतगुरु सच्चे पातशाह ते ठीक ये टुकदा है। इस वास्ते अखर की व्युत्पत्ति कि अखर बनया कित्थों है, फिर अखरां दा जोड़, फिर इस तरह अखरां दे अर्थ, सो फिर उन्हां दी अगे व्याख्या करनी। सो फिर इन्हां दे नाल विच दृष्टांत ते प्रमाण ते साखियां नाल जोड़नियां। जदों तक दृष्टांत नहीं, जदों तक प्रमाण नहीं, जदों तक साखियां नहीं, जदों तक उदाहरण नहीं, तदों तक जिवें रात मस्कीन जी फरमा रहे सन कि लूण तो बिना जिन्नी मर्जी भाजी स्वादरी बनाउणी चाहिए, उहदा रस नहीं बनता। इस तरह दृष्टांत ते प्रमाण ते साखियां ते उदाहरण ये नाल बड़े भारे जरूरी हैं। सो फिर नाल सच बोलिया जावे, मिथ्या चीज़ ना कोई दसी जावे, मूँह पोचवीं गल ना होवे। फिर नाल नाल गुरु के इतिहास के विचों जो असल इतिहास है वो नाल नाल बयानिया जावे, जिस दे विच सरदा होवे, भावना होवे, प्रेम होवे ते सुनाउण वाले दे मन अंदर निम्रता ते गरीबी होवे। फिर खालसा जी इन्ने किते रस इकट्ठे होण तां फिर तुरकी बाणी दी अमृत रूप कथा बनती है। इस वास्ते गुरु के चरणों में अरदास है, सतगुरु जी ये सारे रस कृपा करके बख्शो, ये सारियां दातां कृपा करके बख्शो, फिर किते तुहाडी अमृत रूप कथा हो सके। ये कथा की टकसाल चली कित्थों? धन गुरु दसम पातशाह महाराज साहब अंतरजामी सतगुरु जी श्री आनंदपुर साहब दे विच आप बंगले साहब दे विच अमृत वेले इशनान करके सिमरन भजन विच लीन हन। सो उस मौके ते एक सिंह बाणी पढ़ रहा सी। पुरातन गुरु के सिंघां नूं बाणियां कंठ होया करदियां सन। अजकल वर्गा सुखाला तरीका नहीं सी कि कीर्तन कर लग्या भी असी पोथी अगे रख लवांगे अमृत कीर्तन, और तो पढ़ पढ़ के असी सुनाई जावांगे, बिल्कुल नहीं। सो उस मौके ते बाणियां कंठ सन और ये चंगी आदत है कि बाणी कंठ होवे। सो जे केवल असी पढ़ के ही सुनाउणी है तो जे किते बिजली बंद हो गई, जे हनेरा हो गया तो उत्थे फिर की करांगे, फिर बाजे संतोख देंगे, बिल्कुल नहीं। पुरातन गुरसिखां दा ये बोला सी आम कि बाणी कंठ ते पैसा गंठ। सो गुरु के बाणी बहुती बाणी नितनेम ये कंठ करया करदे। गुरु के सिख नूं पंज ग्रंथी याद है, वो बड़ी मिठी आवाज़ नाल अपने एक रस सो धुनी दे नाल बाणी पढ़ रहा है। दखनी ओंकार विच पंक्ति आई, करते की मित करता जाना कह जाना गुरसूरा। ये गुरु का सिख पढ़ गया है के जाना गुरसूरा। दुलावां दी थां ते लां लाई है। हजूर सच्चे पातशाह सुन रहे ने। हजूर कहणगे सिंघा बाणी गलत पढ़ रहे हैं, सोध के पढ़। सिंह ने नहीं सुनिया, अपनी मस्ती विच लीन पढ़ी गया। दूसरी बारी आवाज़ मारी, नहीं सुनी। तीसरी आवाज़ भी नहीं सुनी। भाई आलम सिंह या उस सिंह दे मुख दे उपर दो चाटां ला दे, चपेड़ां ला दे। वो बाणी गलत पढ़दा है। दो चपेड़ां वजियां। सिंह दे मन में गुस्सा आया पर बाणी पढ़ी गया। मन में संकल्प किया, अच्छा मैं दसम पातशाह दे पास बेनती करूँगा, शिकायत करूँगा सिंह ते। बाणी पढ़दे नूं चपेड़ां मारियां। अमृत वेले उठ के सजे हुए दीवान दे विच सिंह भी भरिया पीता हजूर दे नेड़े ही अज आ बैठा। ये प्रश्न करना चाहता सी कि अंतरजामी सतगुरु जी ने आप ही पूछ लिया, सिंघा अज किवें बैठा है? हजूर सच्चे पातशाह मेरे अंदर बड़े भारी एक शंका है, कृपा करके निवृत्त करो। तुहाडी बाणी पढ़दियां तो श्री आनंदपुर साहब दे विच अमृत वेले जे मूँह ते चपेड़ां वजन तां तुर की बाणी जमदूतां तो किवें बचावेगी? हजूर कहणगे सिंघा कारण की? सच्चे पातशाह जी भाई आलम सिंह ने मैनू चपेड़ां मारियां ने। सो सिंघा वो असी कह के चपेड़ां मरवाइयां ने। महाराज तुसी बाणी पढ़न वालियां नूं भी कुटदे हो,
नहीं नहीं, ਜਿਹੜਾ ਬਾਣੀ ਨੂੰ ਗਲਤ ਪੜ੍ਹੇ, ਜਿਹੜਾ ਸਾਡੇ ਅੰਗ ਮਰੋੜੇ ਤਰੋੜੇ, ਅਸੀਂ ਉਹਨੂੰ ਕੁੱਟਦੇ ਹਾਂ। ਜਿਹੜਾ ਸਾਡੇ ਅੰਗ ਹੀ ਭੰਨੀ ਜਾਵੇ ਉਹਨੂੰ ਥੋੜ੍ਹਾ ਜਿਹਾ ਸਾਵਧਾਨ ਕਰਦੇ ਹਾਂ ਕਿ ਸਾਡੇ ਅੰਗ ਨਾ ਭੰਨ ਤੋੜ, ਕੁਛ ਸਾਡੇ ਤੇ ਤਰਸ ਕਰ। ਮਹਾਰਾਜ ਮੈਂ ਕਿਹੜੇ ਤੁਹਾਡੇ ਅੰਗ ਭੰਨੇ? ਹਜੂਰ ਕਹਿਣਗੇ ਪੜ੍ਹ ਪੰਕਤੀ ਕਰਤੇ ਕੀ ਮਿਤ ਕਰਤਾ ਜਾਣਾ। ਅੱਗੇ ਕੀ ਪੰਕਤੀ ਹੈ? ਕਹਿੰਦੇ ਜੀ ਕੇ ਜਾਣਾ ਗੁਰਸੂਰਾ। ਹਜੂਰ ਕਹਿੰਦੇ ਨਹੀਂ, ਕੇ ਨਹੀਂ, ਇੱਥੇ ਕਾਇ ਪਾਠ ਹੈ। ਕੇ ਦਾ ਅਰਥ ਹੈ ਕੀ ਜਾਣਦਾ ਗੁਰੂ ਸੂਰਮਾ, ਸੋ ਕੈ ਦਾ ਅਰਥ ਹੈ ਜਾਂ। ਅਕਾਲ ਪੁਰਖ ਦੀ ਮਿਤ ਮਰਿਆਦਾ ਨੂੰ ਜਾਂ ਤਾਂ ਅਕਾਲ ਪੁਰਖ ਆਪ ਜਾਣਦਾ ਹੈ ਤੇ ਜਾਂ ਗੁਰੂ ਸੂਰਮਾ ਜਾਣਦਾ ਹੈ। ਜੇ ਗੁਰੂ ਸੂਰਮਾ ਜੋ ਅਕਾਲ ਪੁਰਖ ਦਾ ਸਰਗੁਣ ਸਰੂਪ ਹੈ ਉਹ ਹੀ ਨਹੀਂ ਜਾਣਦਾ ਤਾਂ ਫਿਰ ਉਹ ਅੱਗੇ ਦੂਸਰਿਆਂ ਨੂੰ ਗਿਆਨ ਬਖਸ਼ੇਗਾ ਕੀ? ਤੂੰ ਅਨਰਥ ਕਰ ਦਿੱਤਾ ਸਿੰਘਾ ਕਿ ਗੁਰੂ ਸੂਰਮਾ ਕੁਛ ਨਹੀਂ ਜਾਣਦਾ। ਗੁਰੂ ਸੂਰਮਾ ਜੇ ਅਗਿਆਨੀ ਹੋਇਆ ਤਾਂ ਅੱਗੇ ਕਿਸੇ ਨੂੰ ਗਿਆਨ ਦੀ ਪ੍ਰਾਪਤੀ ਕਿਵੇਂ ਹੋਵੇਗੀ? ਵੇਖ ਤੂੰ ਅਰਥ ਦਾ ਅਨਰਥ ਕਰ ਦਿੱਤਾ। ਦੁਲਾਵਾਂ ਦੀ ਥਾਂ ਤੇ ਲਾਮਪਣ ਤੋਂ ਇੰਨਾ ਵੱਡਾ ਭਾਰੀ ਫਰਕ ਪੈ ਗਿਆ ਤਾਂ ਇਹਨੂੰ ਦੋ ਚਪੇੜਾਂ ਵੱਜੀਆਂ, ਕੁਝ ਸਮਾਂ ਦਰਦ ਹੋਈ ਹੋਵੇਗੀ। ਸਾਡੇ ਅੱਜ ਤਾਂ ਅੰਗ ਹੀ ਭੰਨ ਦਿੱਤੇ, ਸਾਨੂੰ ਬੜੀ ਭਾਰੀ ਦਰਦ ਹੋ ਰਹੀ ਹੈ ਸਿੰਘਾ। ਵੇਖ ਕੇ ਹਜੂਰ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਝੁਕਿਆ, ਮੁਆਫੀ ਮੰਗੀ। ਭਾਈ ਦਇਆ ਸਿੰਘ ਜੀ ਉਸ ਮੌਕੇ ਤੇ ਚਰਨਾਂ ਵਿੱਚ ਖੜੇ ਸਨ, ਹੱਥ ਜੋੜੇ, ਗਲ 'ਚ ਪੱਲਾ ਪਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗਰੀਬ ਨਵਾਜ, ਅਸੀਂ ਕਲਯੁਗੀ ਅਲਪੱਗ ਜੀਵ, ਤੁਹਾਡੀ ਧੁਰ ਕੀ ਬਾਣੀ ਅਗਮ ਅਗਾਧ। ਸੋ ਜਿੰਨਾ ਚਿਰ ਤੱਕ ਅਸੀਂ ਬਾਣੀ ਦੇ ਅਰਥ ਨਹੀਂ ਸਮਝ ਲੈਂਦੇ ਤਦੋਂ ਤੱਕ ਸਾਨੂੰ ਪੂਰੀ ਬਾਣੀ ਦੀ ਸਮਝ ਨਹੀਂ ਪੈ ਸਕਦੀ। ਆਪ ਕਿਰਪਾ ਕਰੋ ਬਾਣੀ ਦੇ ਅਰਥ ਸੁਣਾਓ। ਅੱਜ ਪਤਾ ਲੱਗਾ ਕਿ ਕੇ ਤੇ ਕੈ ਦਾ ਐਡਾ ਵੱਡਾ ਭਾਰੀ ਫਰਕ ਹੈ, ਅਨਰਥ ਹੋ ਗਿਆ, ਉਪਦਰਵ ਹੋ ਗਿਆ। ਆਪ ਕਿਰਪਾ ਕਰੋ। ਹਜੂਰ ਕਹਿਣਗੇ ਭਾਈ ਦਇਆ ਸਿੰਘ ਜੀ ਧਾਰਮਿਕ ਯੁੱਧ ਕਰ ਲੈਣ ਦਿਓ, ਸਾਰਾ ਸਰਬੰਸ ਵਾਰ ਲੈਣ ਦਿਓ, ਜ਼ੁਲਮ ਰਾਜ ਦੀਆਂ ਜੜ੍ਹਾਂ ਪੱਟ ਕੇ ਖਾਰੇ ਸਮੁੰਦਰ ਵਿੱਚ ਪਾ ਲੈਣ ਦਿਓ, ਮੁਕਤੀ ਦੇ ਸਰੋਵਰ ਲਾ ਲੈਣ ਦਿਓ, ਵਿਹਲੇ ਤੇ ਸੁਤੰਤਰ ਹੋ ਕੇ ਫਿਰ ਅਸੀਂ ਇਹ ਤੁਹਾਡੀ ਬੇਨਤੀ ਜੋ ਹੈ ਇਹਨੂੰ ਪ੍ਰਵਾਨ ਕਰਦੇ ਹਾਂ, ਪਰ ਪੂਰੀ ਉਸ ਮੌਕੇ ਤੇ ਕਰਾਂਗੇ। ਸਾਰੇ ਯੁੱਧ ਹੋਏ, ਤੁਰਕ ਅਖੀਰੀ ਹਾਰ ਖਾ ਕੇ ਕਦੇ ਮਹਾਰਾਜ ਸਾਹਿਬ ਵੱਲ ਝਾਕ ਵੀ ਨਹੀਂ ਸਕੇ। ਹਜੂਰ ਸੱਚੇ ਪਾਤਸ਼ਾਹ ਦਮਦਮੇ ਸਾਹਿਬ ਗੁਰੂ ਕੀ ਕਾਸ਼ੀ ਵਿੱਚ ਪਹੁੰਚੇ ਹਨ, ਸਾਬੋ ਕੀ ਤਲਵੰਡੀ। ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਹਜੂਰ ਹੁਣ ਤਾਂ ਕੋਈ ਤੁਰਕ ਚੜ੍ਹ ਕੇ ਨਹੀਂ ਆ ਰਿਹਾ, ਨੁਰੰਗਾ ਮਰ ਚੁੱਕਾ, ਬਾਕੀ ਸਮਾਪਤ ਹੋ ਚੁੱਕੇ ਨੇ, ਆਪ ਕਿਰਪਾ ਕਰੋ ਸੱਚੇ ਪਾਤਸ਼ਾਹ। ਤਾਂ 1763 ਬਿਕਰਮੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਬੋ ਕੀ ਤਲਵੰਡੀ, ਜਿਸ ਦਾ ਨਾਮ ਗੁਰੂ ਕੀ ਕਾਸ਼ੀ ਰੱਖਿਆ ਹੈ ਕਿ ਅੱਗੇ ਕਾਸ਼ੀ ਪੜ੍ਹਨ ਵਾਸਤੇ ਜਾਣਾ ਪੈਂਦਾ ਸੀ, ਪਰ ਗੁਰੂ ਕੇ ਸਿੰਘ ਹੁਣ ਇੱਥੇ ਦਮਦਮੇ ਸਾਹਿਬ ਪੜ੍ਹਨ ਆਇਆ ਕਰਨਗੇ। ਐਸੀ ਟਕਸਾਲ ਚਲਾ ਦਿੰਦੇ ਹਾਂ ਜਿੱਥੋਂ ਅੱਗੇ ਬੇਅੰਤ ਗੁਰੂ ਕੇ ਸਿੱਖ ਹਰ ਮੌਕੇ ਤੇ ਪੜ੍ਹਿਆ ਕਰਨਗੇ। 9 ਮਹੀਨੇ 9 ਦਿਨਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋ ਸਾਉਣ ਦੇ ਮਹੀਨੇ ਵਿੱਚ 1723 ਬਿਕਰਮੀ ਨੂੰ ਇਹ ਕਥਾ ਸਾਰੀ ਸੰਪੂਰਨ ਕਰਕੇ ਭੋਗ ਪਾਇਆ ਔਰ 2 ਸ਼ੰਕੇ ਮੇਟ ਦਿੱਤੇ। ਕਈ ਲੋਕ ਇਹ ਕਹਿੰਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 10ਵੇਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਕਿਵੇਂ ਮੰਨਦੇ ਹੋ, ਕਿਉਂਕਿ 10ਵੇਂ ਪਾਤਸ਼ਾਹ ਦੀ ਬਾਣੀ ਵਿੱਚ ਕੋਈ ਨਹੀਂ ਔਰ 6ਵੇਂ 7ਵੇਂ ਤੇ 8ਵੇਂ ਪਾਤਸ਼ਾਹ ਦੇ ਵਿੱਚ ਬਾਣੀ ਕੋਈ ਨਹੀਂ, ਇਸ ਵਾਸਤੇ ਅਸੀਂ ਨਹੀਂ 10 ਪਾਤਸ਼ਾਹੀਆਂ ਦਾ ਸਰੂਪ ਮੰਨਦੇ। ਸੋ ਉਹ ਸਾਰਿਆਂ ਦੀ ਸ਼ੰਕਾ ਮੇਟਣ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਬਾਣੀ ਆਪ ਕੰਠੋ ਉਚਾਰਨ ਕੀਤੀ। ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਾਇਆ, ਅੰਮ੍ਰਿਤ ਵੇਲੇ ਬਾਣੀ ਉਚਾਰਨੀ ਔਰ ਪਿਛਲੇ ਪੈਰ ਉਹਦੇ ਅਰਥ ਸੁਣਾਉਣੇ। ਆਪ 48 ਸਿੰਘਾਂ ਨੂੰ ਅਰਥ ਸੁਣਾ ਕੇ ਮਹਾਰਾਜ ਸਾਹਿਬ ਨੇ ਇਹ ਪਵਿੱਤਰ ਟਕਸਾਲ ਅੱਗੇ ਚਲਾ ਦਿੱਤੀ ਕਿ ਗੁਰੂ ਕੇ ਸਿੰਘ ਸਾਡੇ ਮੁਖ ਤੋਂ ਜਿਹੜੇ ਅਰਥ ਨਿਕਲੇ ਹਨ ਇਹਨਾਂ ਨੂੰ ਸੁਣ ਕੇ ਅੱਗੇ ਵਿਦਵਾਨ ਤੇ ਗਿਆਨੀ ਬਣਿਆ ਕਰਨਗੇ। ਸੋ ਉਹਨਾਂ 48 ਸਿੰਘਾਂ ਦੇ ਵਿੱਚ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਸਾਹਿਬ ਜੀ ਵੀ ਸ਼ਾਮਲ ਸਨ। ਇਹ 48 ਦੇ 48 ਸਿੰਘ ਬਦੇ ਮੁਕਤ ਹੋਏ, ਜੀਵਨ ਮੁਕਤੀ ਦਾ ਆਨੰਦ ਮਾਣਨ ਲੱਗੇ। ਸੋ ਬਦੇ ਮੁਕਤ ਜਿਹੜਾ ਹੈ ਉਹਦੀ ਅਵਸਥਾ ਐਸੀ ਦੱਸ ਦਿੰਦੇ ਨੇ ਕਿ 40 ਕੁ ਦਿਨ ਹੀ ਉਹਦਾ ਸਰੀਰ ਰਹਿ ਸਕਦਾ, ਮਗਰੋਂ ਨਹੀਂ ਰਹਿ ਸਕਦਾ, ਕਿਉਂਕਿ ਉਹਨੂੰ ਖਾਣ ਪੀਣ ਪੈਰਨ ਦਾ ਸਭ ਚੇਤਾ ਭੁੱਲ ਕੇ ਪਰਮੇਸ਼ਰ ਦੇ ਵਿੱਚ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ। ਬਾਕੀ ਦੇ ਸਿੰਘ ਬਦੇ ਮੁਕਤ ਹੋਏ। ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਦੇ ਸਿਰਾਂ ਦੇ ਉੱਪਰ ਮਹਾਰਾਜ ਸਾਹਿਬ ਨੇ ਹਸਤ ਕਬਲ ਰੱਖੇ। ਬਾਬਾ ਦੀਪ ਸਿੰਘ ਤੈਥੋਂ ਸਰੀਰਕ ਤੌਰ ਤੇ ਵੀ ਸੇਵਾ ਲੈਣੀ ਹੈ, ਹਜੂਰ ਮੇਰੇ ਇਸ ਆਨੰਦ ਵਿੱਚ ਫਰਕ ਨਾ ਪੈ ਜਾਵੇ। ਸੱਚੇ ਪਾਤਸ਼ਾਹ ਕਹਿਣਗੇ ਭਾਈ ਦੀਪ ਸਿੰਘ ਭਾਵੇਂ ਤੇਰਾ ਸਿਰ ਵੀ ਵੱਢਿਆ ਜਾਵੇ ਸੋ ਤਲੀ ਤੇ ਰੱਖ ਕੇ ਫਿਰ ਵੀ ਤੂੰ ਖੰਡਾ ਖੜਕਾਵੇਂਗਾ, ਤੇਰੇ ਇਸ ਆਨੰਦ ਵਿੱਚ ਫਰਕ ਨਹੀਂ ਪੈਣ ਦਿਆਂਗੇ। ਇਹ ਬਾਬਾ ਦੀਪ ਸਿੰਘ ਜੀ ਨੂੰ ਉੱਥੇ ਵਰ ਮਿਲਿਆ ਸੀ। ਭਾਈ ਮਨੀ ਸਿੰਘ ਦੇ ਸੀਸ ਤੇ ਹੱਥ ਰੱਖਿਆ, ਹਜੂਰ ਜਿਸ ਆਨੰਦ ਵਿੱਚ ਹੁਣ ਲੀਨ ਹੈ ਇਸੇ ਵਿੱਚ ਹੀ ਲੀਨ ਰਹਿਣ ਦਿਓ। ਭਾਈ ਮਨੀ ਸਿੰਘ ਤੇਥੋਂ ਸਰੀਰਕ ਤੌਰ ਤੇ ਸੇਵਾ ਲੈਣੀ ਹੈ, ਸੋ ਗੁਰਮੁਖਾ ਭਾਵੇਂ ਤੇਰਾ ਅੰਗ ਅੰਗ ਵੀ ਕਿਉਂ ਨਾ ਕੱਟਿਆ ਜਾਵੇ, ਤੇਰੇ ਇਸ ਆਨੰਦ ਵਿੱਚ ਗੁਰਮੁਖਾ ਫਰਕ ਨਹੀਂ ਪੈਣ ਦਿਆਂਗੇ। ਸੋ ਉਹ ਬਚਨ ਸਫਲੇ ਕਰਨੇ ਨੇ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ, ਰਾਮ ਰੰਗ ਕਦੇ ਉਤਰ ਨਾ ਜਾਏ।
ਸੋ ਬੰਦ ਜਦੋਂ ਤੇਰਾ ਕੱਟਿਆ ਜਾਵੇਗਾ ਉਸ ਮੌਕੇ ਤੇ ਵੀ ਤੇਰੇ ਇਸ ਆਨੰਦ ਵਿੱਚ ਫਰਕ ਨਹੀਂ ਪੈਣ ਦੇਵਾਂਗੇ। ਤਾਈਆਂ ਦੋਹਾਂ ਗੁਰੂ ਕੇ ਯੋਧਿਆਂ ਨੇ ਵੱਡੀ ਭਾਰੀ ਇਹ ਕੁਰਬਾਨੀ ਕੀਤੀ, ਦਸਮ ਪਾਤਸ਼ਾਹ ਦੇ ਵਾਰਸ ਹਨ। ਸੋ ਖਾਲਸਾ ਜੀ, ਉਹ ਗੁਰਮੁਖ ਪਿਆਰੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਸਾਬੋ ਕੀ ਤਲਵੰਡੀ ਰਹੋ, ਇੱਥੇ ਟਕਸਾਲ ਚਲਾਓ। ਆਪ ਜੀ ਨੇ 4 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਕੱਚੇ ਬੇਰ ਖਾ ਕੇ ਲਿਖੇ, ਜੋ ਚੌਹਾਂ ਹੀ ਤਖਤ ਸਾਹਿਬਾਨ ਦੇ ਉੱਪਰ ਦਰਸ਼ਨ ਹੁੰਦੇ ਨੇ। ਇੱਥੇ ਵੀ ਦਰਸ਼ਨ ਹੁੰਦੇ ਨੇ, ਸੰਗਰਾਂਦ ਵਾਲੇ ਦਿਨ ਤੇ ਜਾਂ ਗੁਰਪੁਰਬ ਵਾਲੇ ਦਿਨ ਦਰਸ਼ਨ ਕੀਤੇ ਹਨ। ਚੌਹਾਂ ਹੀ ਤਖਤਾਂ ਤੇ ਦਰਸ਼ਨ ਹੁੰਦੇ ਹਨ। ਔਰ ਉਹਨਾਂ ਨੇ ਹੋਰ ਅੱਗੇ ਨਹੀਂ ਪੜ੍ਹਾਇਆ, ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਚ ਕੇ ਫਿਰ ਮੌਕਾ ਆ ਗਿਆ ਜਦੋਂ ਹਰਿਮੰਦਰ ਸਾਹਿਬ ਦੀ ਬੇਅਦਬੀ ਹੁੰਦੀ ਨਾ ਜਰ ਸਕੇ ਤਾਂ ਆ ਕੇ ਸ਼ਹੀਦੀ ਪ੍ਰਾਪਤ ਕੀਤੀ। ਭਾਈ ਮਨੀ ਸਿੰਘ ਸਾਹਿਬ ਜੀ ਹੈੱਡ ਗ੍ਰੰਥੀ ਲੱਗੇ ਸ੍ਰੀ ਹਰਿਮੰਦਰ ਸਾਹਿਬ ਦੇ, ਉਹਨਾਂ ਨੇ ਅੱਗੇ ਟਕਸਾਲ ਚਲਾਈ ਹੈ। ਖਾਲਸਾ ਜੀ, ਇਹ ਜਿਹੜੀ ਪਰੰਪਰਾ ਹੁਣ ਤੱਕ ਹੀ ਚੱਲੀ ਆ ਰਹੀ ਹੈ, ਇਹ ਭਾਈ ਮਨੀ ਸਿੰਘ ਸਾਹਿਬ, ਬਾਬਾ ਦੀਪ ਸਿੰਘ ਸਾਹਿਬ ਜੀ ਮੋਢੀ, ਜੋ ਦੋਵੇਂ ਸ਼ਹੀਦ ਹੋਏ ਹਨ, ਗੁਰਮੁਖ ਪਿਆਰੇ ਬ੍ਰਹਮ ਗਿਆਨੀ ਸਨ। ਔਰ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਆਦ ਵਕਤੇ ਬਣੇ, ਤਦੋਂ ਤੋਂ ਲੈ ਕੇ ਇਹ ਟਕਸਾਲ ਚਲੀ ਆ ਰਹੀ ਹੈ। ਤਾਂ ਹੀ ਇਸ ਟਕਸਾਲ ਦਾ ਨਾਮ ਦਮਦਮੀ ਟਕਸਾਲ ਹੈ ਜਾਂ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਤਾਂ ਕਿਹਾ ਜਾਂਦਾ ਹੈ। ਭਾਈ ਮਨੀ ਸਿੰਘ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਗੇ ਟਕਸਾਲ ਚਲਾਈ ਸੀ। ਪਿੰਡਰਾਂ ਵਾਲੇ ਤਾਂ ਵੱਜਣ ਲੱਗ ਗਏ ਕਿਉਂਕਿ ਵੱਡੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ, ਉਹਨਾਂ ਦਾ ਜਨਮ ਪਿੰਡਰਾਂ ਦਾ ਸੀ। ਸੋ ਉਹਨਾਂ ਤੋਂ ਉਪਰੰਤ ਸਤਿਕਾਰਯੋਗ ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ, ਉਹਨਾਂ ਦਾ ਜਨਮ ਨਗਰ ਤਾਂ ਅਖਾੜਾ ਸੀ, ਪਰ ਪਹਿਲੇ ਪਿੰਡਰਾਂ ਵਾਲੇ ਕਹਾਉਂਦੇ ਕਰਕੇ ਉਹਨਾਂ ਨੇ ਵੀ ਲੋਕੀ ਪਿੰਡਰਾਂ ਵਾਲੇ ਕਹਿਣ ਲੱਗ ਗਏ। ਇਸ ਵਾਸਤੇ ਅੱਗੇ ਵੀ ਹੁਣ ਦਾਸਾਂ ਨੂੰ ਵੀ ਭਾਵੇਂ ਗੁਣ ਕੋਈ ਨਹੀਂ, ਪਰ ਕਹੀ ਉਸੇ ਤਰ੍ਹਾਂ ਹੀ ਜਾਣਦੇ ਨੇ ਕਿ ਇਹ ਵੀ ਪਿੰਡਰਾਂ ਵਾਲੇ ਹਨ। ਅਸਲ ਦੇ ਵਿੱਚ ਇਹ ਟਕਸਾਲ ਦਮਦਮਾ ਸਾਹਿਬ ਵਾਲੀ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਹੈ। ਸੋ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਨੇ ਆਪ ਕਿਰਪਾ ਕਰਕੇ ਚਲਾਈ ਹੈ। ਬਾਣੀ ਦੀ ਵਿਚਾਰ ਜਿਸ ਕਰਕੇ ਸਾਡੇ ਹਿਰਦਿਆਂ ਵਿੱਚ ਵਸੇ, ਅਸੀਂ ਗੁਰੂ ਕੇ ਚਰਨਾਂ ਵਿੱਚ ਲੀਨ ਹੋ ਸਕੀਏ। ਸੋ ਅੱਜ ਗੁਰੂ ਕੀ ਕਿਰਪਾ ਹੈ ਖਾਲਸਾ ਜੀ, ਮਹਾਂਪੁਰਖਾਂ ਤੋਂ ਬਾਅਦ ਜੋ ਕਥਾ ਆਰੰਭ ਜੋ ਉਹ ਕਥਾ ਛੱਡ ਕੇ ਸਨ 1187 ਅੰਗ ਤੇ, ਉਹਦਾ ਭੋਗ ਠੀਕ 1 ਸਾਲ ਤੋਂ ਬਾਅਦ ਜਿੱਥੇ ਉਹਨਾਂ ਨੇ ਚੜ੍ਹਾਈ ਕੀਤੀ ਸੀ ਮਹਿਤੇ ਨਗਰ ਵਿੱਚ ਪਿਆ ਸੀ। ਸੋ ਪਹਿਲੀ ਉਹਨਾਂ ਨੇ ਕਥਾ ਆਰੰਭ ਵੀ ਮਹਿਤੇ ਨਗਰ ਵਿੱਚ ਹੀ ਕੀਤੀ ਸੀ ਵੱਡੇ ਮਹਾਂਪੁਰਖਾਂ ਤੋਂ ਬਾਅਦ, ਔਰ ਪੂਰੀ ਕਥਾ ਉਸ ਨਗਰ ਵਿੱਚ ਹੀ ਕੀਤੀ ਸੀ। ਔਰ ਉਹਨਾਂ ਤੋਂ ਬਾਅਦ ਜਿਹੜੀ ਕਥਾ ਸੰਪੂਰਨ ਹੋਈ, ਉਹਨਾਂ ਨੇ ਛੱਡੀ ਵੀ ਕਥਾ ਉੱਥੇ, ਤੇ ਉਹ ਸੰਪੂਰਨ ਵੀ ਉਹਨਾਂ ਦੇ ਉਸੇ ਸਥਾਨ ਤੇ ਹੋਈ ਜਿੱਥੇ ਉਹਨਾਂ ਨੇ ਚੜ੍ਹਾਈ ਕੀਤੀ ਹੈ। ਉਸ ਤੋਂ ਬਾਅਦ ਕਥਾ ਇੱਥੇ ਆ ਕੇ ਉੱਥੇ ਆਰੰਭ ਕੀਤੀ ਸੀ। ਔਰ ਮਹਾਂਪੁਰਖਾਂ ਦਾ ਬਚਨ ਸੀ ਕਿ 5 ਤਖਤਾਂ ਤੇ 5 ਕਥਾ ਦਾ ਭੋਗ ਪਾਉਣਾ। ਗੁਰੂ ਕੀ ਕਿਰਪਾ ਨਾਲ ਪਹਿਲੀ ਕਥਾ ਦਾ ਭੋਗ ਇੱਥੇ ਪਿਆ ਸੀ ਔਰ ਇੱਥੇ ਹੀ ਆਰੰਭ ਹੋਈ ਸੀ। ਮਹੀਨੇ ਦੇ ਵਿੱਚ ਦੋਵੇਂ ਟਾਈਮ ਕਥਾ ਹੋ ਕੇ ਜਪਜੀ ਸਾਹਿਬ ਇੱਥੇ ਸੰਪੂਰਨ ਹੋਇਆ ਸੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਔਰ ਬੜੀ ਭਾਰੀ ਖੁਸ਼ੀ ਹੈ, ਕਲਗੀਧਰ ਸੱਚੇ ਪਾਤਸ਼ਾਹ ਦਾ ਤਰਸ ਹੈ ਕਿ ਅੱਜ ਕਥਾ ਦਾ ਮੱਧ ਵੀ ਇੱਥੇ ਲੱਗ ਰਿਹਾ ਹੈ। ਔਰ ਸਤਿਗੁਰੂ ਜੀ ਨੇ ਬਖਸ਼ਿਸ਼ ਵੀ ਦਾਸ ਦੇ ਉੱਪਰ ਮਹਾਂਪੁਰਖਾਂ ਦੀ ਹਸਤ ਕਮਲਾਂ ਤੋਂ ਆਪਣੇ ਚਰਨਾਂ ਵਿੱਚ ਇੱਥੇ ਹੀ ਕਰਵਾਈ ਸੀ 300 ਸਾਲਾ ਵਰ੍ਹੇਗੰਢ ਤੇ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਹ ਕਥਾ ਹੁਣ ਮੱਧ ਤੋਂ ਅੱਗੇ ਆਪਾਂ ਨੂੰ ਆਗਿਆ ਕਰ ਰਹੇ ਹਨ, ਆਰੰਭ ਹੋ ਰਹੀ ਹੈ। ਇਹ ਖਾਲਸਾ ਜੀ ਜਿਹੜੀ ਜੈਰਸਰੀ ਦੀ ਵਾਰ ਹੈ, ਇਹ ਹਰੀ ਲਾਲ ਤੇ ਕ੍ਰਿਸ਼ਨ ਲਾਲ ਪੰਡਤ ਆਏ ਸਨ ਕਾਸ਼ੀ ਦੇ ਵਿੱਚੋਂ, ਜਿਨ੍ਹਾਂ ਦਾ ਵਡੇਰਾ ਬਿਸ਼ਨ ਦੱਤ ਸੀ, ਜਿਨ੍ਹਾਂ ਦਾ ਵਡੇਰਾ ਸ਼ਿਵ ਦੱਤ ਸੀ, ਜਿਸ ਦੀ ਮਰੇ ਹੋਏ ਦੀ ਕਲਿਆਣ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਆਪ ਕੀਤੀ ਸੀ। ਔਰ ਜਿਸ ਦੇ ਪ੍ਰਥਾਏ ਸ਼ਬਦ ਉਚਾਰੇ ਸਨ, ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸਮਾਦੰਗ। ਸੋ ਉਹਨਾਂ ਦੇ ਅੱਗੇ ਪੋਤਰੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਸਨ। ਉਹਨਾਂ ਨੇ ਜਦੋਂ ਆਪਣਾ ਪੁਸਤਕਾਲਾ ਵੇਖਿਆ, ਉਹਨਾਂ ਦੇ ਵਿੱਚ 4 ਸ਼ਬਦ ਇਹ ਲਿਖੇ ਹੋਏ ਪ੍ਰਾਪਤ ਹੋਏ, ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸਮਾਦੰਗ। ਪੁੱਛਿਆ ਕਿ ਉਹ ਗੁਰੂ ਨਾਨਕ ਸਾਹਿਬ ਜੀ ਕਿੱਥੇ ਹਨ? ਦੱਸਿਆ ਸੰਗਤਾਂ ਨੇ ਕਿ 5ਵੇਂ ਸਰੂਪ ਦੇ ਵਿੱਚ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪ ਰਚ ਰਹੇ ਹਨ। ਉਸ ਮੌਕੇ ਤੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ। ਸੋ ਉਹਨਾਂ ਨੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਜਦੋਂ ਹੋਰ ਕੋਈ ਚੜ੍ਹਾਈ ਕਰ ਜਾਂਦਾ, ਉਹਨਾਂ ਦੀ ਕਲਿਆਣ ਵਾਸਤੇ ਗਰੁੜ ਪੁਰਾਣ ਆਦਿਕ ਦੀ ਕਥਾ ਹੁੰਦੀ ਹੈ, ਤੁਸੀਂ ਦੱਸੋ ਕਿ ਸਿੱਖ ਚੜ੍ਹਾਈ ਕਰ ਜਾਵੇ ਤਾਂ ਮਗਰੋਂ ਕਿਹੜੀ ਕਥਾ ਕਰਿਆ ਕਰੀਏ? ਔਰ ਸਾਡੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਸਾਡਾ ਮੋਹ ਤੇ ਸਾਡੀ ਮਮਤਾ ਸੰਸਾਰ 'ਚੋਂ ਕਿਰਪਾ ਕਰਕੇ ਮੇਟੋ। ਉਸ ਮੌਕੇ ਤੇ ਮਹਾਰਾਜ ਸਾਹਿਬ ਨੇ ਕਿਹਾ ਕਿ ਸਾਡੀ ਇਹ ਵਾਰ ਜੋ ਜੈਰਸਰੀ ਦੀ ਵਾਰ ਹੈ, ਇਸ ਦੀ 10 ਦਿਨਾਂ ਵਿੱਚ ਗੁਰੂ ਕੇ ਪਿਆਰੇ ਕਥਾ ਕਰਿਆ ਕਰਨ। 2-2 ਸ਼ਲੋਕਾਂ ਦੀ ਹਰ ਰੋਜ਼ ਹੋਇਆ ਕਰੇ ਅੰਮ੍ਰਿਤ ਵੇਲੇ। ਔਰ 67 ਸ਼ਲੋਕ ਆਪ ਜੀ ਨੇ ਕਿਰਪਾ ਕਰਕੇ ਜੋ ਸਹਿਸਕ੍ਰਿਤੀ ਦੇ ਉਚਾਰਨ ਕੀਤੇ ਹਨ, ਉਹ ਹਰੀ ਲਾਲ ਤੇ ਕ੍ਰਿਸ਼ਨ ਲਾਲ ਜਿਹੜੇ ਕਾਂਸ਼ੀ ਦੇ ਪੰਡਤ ਆਏ ਸਨ, ਜਿਨ੍ਹਾਂ ਦੇ ਵਡੇਰਿਆਂ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਸੀ, ਉਹਨਾਂ ਨੇ ਪ੍ਰਥਾਏ ਉਚਾਰਿਆ ਔਰ ਹੁਕਮ ਕੀਤਾ
ਕਿ 10 ਦਿਨਾਂ ਦੇ ਵਿੱਚ ਉਹ ਸਹਿਜ ਕੀਰਤੀ ਦੇ ਸ਼ਲੋਕਾਂ ਦੀ ਕਥਾ ਸ਼ਾਮ ਨੂੰ ਹੋਇਆ ਕਰੇ ਔਰ ਅੰਮ੍ਰਿਤ ਵੇਲੇ ਜੈਲਸਰੀ ਦੀ ਵਾਰ ਦੀ ਕਥਾ ਹੋਇਆ ਕਰੇ। 10 ਦਿਨਾਂ ਦੇ ਵਿੱਚ ਭੋਗ ਪਿਆ ਕਰੇ। ਉਸ ਪ੍ਰਾਣੀ ਦੀ ਰੂਹ ਫਿਰ ਸੰਸਾਰ ਦੇ ਵਿੱਚ ਜਾਂ ਘਰਾਂ ਵਿੱਚ ਜਾਂ ਸੰਬੰਧੀਆਂ ਦੇ ਵਿੱਚ ਫਿਰ ਨਹੀਂ ਰਹੇਗੀ, ਉਹ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋਵੇਗਾ। ਇਸ ਵਾਸਤੇ ਹੋਰ ਗਰੁੜ ਪੁਰਾਣ ਆਦਿਕ ਕਥਾ ਨੂੰ ਛੁਡਾ ਕਰਕੇ ਮਹਾਰਾਜ ਸਾਹਿਬ ਨੇ ਇਹ ਤੁਰਕੀ ਬਾਣੀ ਦੀ ਕਥਾ ਸਾਨੂੰ ਇਹ ਫਰਮਾਈ ਹੈ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਹ ਜੈਰਸਰੀ ਦੀ ਵਾਰ ਆਰੰਭ ਕਰ ਰਹੇ ਹਨ। ਜੈਰਸਰੀ ਮਹੱਲਾ 5ਵਾਂ ਵਾਰ ਸ਼ਲੋਕਾਂ ਨਾਲ। ਜੈਰਸਰੀ ਇਹ ਰਾਗਨੀ ਹੈ ਤੇ 5ਵੇਂ ਪਾਤਸ਼ਾਹ ਜੀ ਉਚਾਰਦੇ ਹਨ। ਵਾਰ ਦੇ ਨਾਲ ਜਿਹੜਾ ਮਹੱਲਾ ਆਵੇ ਇਹ ਨਿਯਮ ਹੈ, ਵਾਰ ਨਾਮ ਹੈ ਪੌੜੀਆਂ ਦਾ, ਕਿ ਉਸੇ ਪਾਤਸ਼ਾਹ ਦੀਆਂ ਪੌੜੀਆਂ ਹੋਣਗੀਆਂ। ਇੱਥੇ ਆਇਆ ਵਾਰ ਦੇ ਨਾਲ ਮਹੱਲਾ 5ਵਾਂ। ਇਸ ਵਾਰ ਦੇ ਵਿੱਚ ਸਾਰੀਆਂ ਹੀ ਪੌੜੀਆਂ 5ਵੇਂ ਪਾਤਸ਼ਾਹ ਜੀ ਦੀਆਂ ਹੋਣਗੀਆਂ। ਜਿਵੇਂ ਸੋਠ ਵਾਰ ਮਹੱਲੇ ਚੌਥੇ ਕੀ ਫਰਮਾਇਆ, ਸੋਠ ਰਾਗ ਦੀ ਜਿਹੜੀ ਵਾਰ ਹੈ ਉਹ ਮਹੱਲਾ ਚੌਥਾ ਲਿਖਿਆ ਹੈ, ਉਸ ਦੇ ਵਿੱਚ ਸਾਰੀਆਂ ਪੌੜੀਆਂ ਚੌਥੇ ਪਾਤਸ਼ਾਹ ਜੀ ਦੀਆਂ ਹਨ। ਸੋ ਹੋਰ ਜਿੱਥੇ ਜਿੱਥੇ ਮਹਾਰਾਜ ਸਾਹਿਬ ਨੇ ਵਾਰ ਦੇ ਨਾਲ ਮਹੱਲਾ ਉਚਾਰਿਆ, ਜੇ ਹੋਰ ਸਰੂਪ ਦਾ ਮਹੱਲਾ ਹੋਵੇ ਤਾਂ ਉੱਥੇ ਮਹੱਲਾ 5ਵਾਂ, ਪੌੜੀ ਨਵੀਂ ਮਹੱਲਾ 5ਵਾਂ, ਪੌੜੀ 5ਵਾਂ। ਇਸ ਪ੍ਰਕਾਰ ਉੱਥੇ ਵੱਖਰਾ ਵੱਖਰਾ ਨਿਯਮ ਦਰਸਾ ਦਿੱਤਾ ਹੈ ਕਿ ਇਹ ਇਸ ਸਰੂਪ ਦੀ ਬਾਣੀ ਹੈ। ਨਹੀਂ ਤਾਂ ਵਾਰ ਦੇ ਨਾਲ ਜਿਹੜਾ ਮਹੱਲਾ ਹੋਵੇ ਇਹ ਨਿਯਮ ਹੈ ਕਿ ਉਸੇ ਸਰੂਪ ਦੀਆਂ ਹੀ ਉਹ ਸਾਰੀਆਂ ਪੌੜੀਆਂ ਹਨ। ਸੋ ਇਹ ਵਾਰ ਸੰਪੂਰਨੀ ਸਤਿਗੁਰੂ 5ਵੇਂ ਪਾਤਸ਼ਾਹ ਜੀ ਦੀ ਹੈ। ਇਸ ਦੇ ਵਿੱਚ ਸ਼ਲੋਕ ਮਹੱਲੇ ਤੇ ਪੌੜੀਆਂ 5ਵੇਂ ਪਾਤਸ਼ਾਹ ਜੀ ਦੀ ਆਉਣਗੇ। ਵਾਰ ਨਾਮ ਹੈ ਜਸ ਦਾ ਪਰਮੇਸ਼ਰ ਦਾ ਜਸ ਕਥਨ ਕੀਤਾ ਹੈ। ਵਾਰ ਨਾਮ ਹੈ ਜਿੱਥੇ ਦੋ ਸੂਰਮਿਆਂ ਦੇ ਵਾਰ ਵਰਨ। ਸੋ ਇੱਥੇ ਮੁਕਾਬਲਾ ਹੈ ਮੋਹ ਦਾ ਤੇ ਵਿਵੇਕ ਦਾ, ਅਗਿਆਨ ਦਾ ਤੇ ਗਿਆਨ ਦਾ, ਗੁਰਮੁਖਾਂ ਦਾ ਤੇ ਮਨਮੁਖਾਂ ਦਾ, ਆਸਤਕਾਂ ਦਾ ਤੇ ਨਾਸਤਕਾਂ ਦਾ। ਇੱਥੇ ਵਿਵੇਕ ਦੀ ਜਿੱਤ ਹੋਵੇਗੀ, ਗੁਰਮੁਖਾਂ ਦੀ ਜਿੱਤ ਹੋਵੇਗੀ, ਗਿਆਨ ਦੀ ਜਿੱਤ ਹੋਵੇਗੀ। ਇਹਨਾਂ ਦੇ ਵਿਰੋਧੀ ਜਿਹੜੀ ਆਸੀ ਸੰਪਦਾ ਹੈ ਉਹਨਾਂ ਦੀ ਹਾਰ ਹੋਵੇਗੀ, ਦੈਵੀ ਸੰਪਦਾ ਦੀ ਜਿੱਤ ਹੋਵੇਗੀ। ਐਸੀ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਇਹ ਵਾਰ ਉਚਾਰਨ ਕੀਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਰੂਪ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸੋ ਸ਼ਲੋਕਾਂ ਦੇ ਨਾਲ ਇਹ ਵਾਰ ਉਚਾਰਨ ਕੀਤੀ ਹੈ। ਭਾਵ ਇਹ ਨਾਲ ਜਿਹੜੇ ਸ਼ਲੋਕ ਹਨ ਇਹ ਵੀ 5ਵੇਂ ਪਾਤਸ਼ਾਹ ਜੀ ਦੇ ਹਨ। ਸੋ ਅੱਗੇ ਫਰਮਾਉਂਦੇ ਹਨ ਸ਼ਲੋਕ। ਮਹਾਰਾਜ ਸਾਹਿਬ ਜੀ ਪਹਿਲਾਂ ਸ਼ਲੋਕ ਰਚਿਆ ਕਰਨਗੇ ਔਰ ਫਿਰ ਉਸੇ ਦੀ ਵਿਆਖਿਆ ਪੌੜੀ ਦੇ ਵਿੱਚ ਕਰਿਆ ਕਰਨਗੇ। ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਪਹਿਲਾਂ ਸ਼ਲੋਕ ਤੇ ਉਹਦੀ ਵਿਆਖਿਆ ਅਸ਼ਟਪਦੀ ਵਿੱਚ ਉਚਾਰਨ ਆਪ ਜੀ ਨੇ ਕੀਤੀ ਹੈ। ਸੋ ਆਪ ਸ਼ਲੋਕ ਫਰਮਾਉਂਦੇ ਹਨ। ਆਦਿ ਪੂਰਨ ਮੱਧ ਪੂਰਨ। ਸੋ ਪਰਮੇਸ਼ਰ ਦਾ ਨਿਰਣਾ ਕਰਦੇ ਹਨ। ਪਰਮੇਸ਼ਰ ਕੈਸਾ ਹੈ? ਪਰਮੇਸ਼ਰ ਆਦਿ ਵਿੱਚ ਵੀ ਪੂਰਨ ਸੀ। ਜਦੋਂ ਸ੍ਰਿਸ਼ਟੀ ਰਚਨਾ ਕੀਤੀ, ਸ੍ਰਿਸ਼ਟੀ ਦੇ ਆਰੰਭ ਦੇ ਵਿੱਚ ਵੀ ਪਰਮੇਸ਼ਰ ਪੂਰਨ ਸੀ ਤੇ ਮੱਧ ਸਥਾਨ ਦੇ ਵਿੱਚ ਹੁਣ ਜਦੋਂ ਸ੍ਰਿਸ਼ਟੀ ਦਾ ਪ੍ਰਵਾਹ ਚੱਲ ਰਿਹਾ ਹੈ ਹੁਣ ਵੀ ਉਹ ਪਰਮੇਸ਼ਰ ਪੂਰਨ ਹੈ। ਅੰਤ ਪੂਰਨ ਪਰਮੇਸ਼ਰ ਹੈ। ਤੇ ਜਦੋਂ ਸ੍ਰਿਸ਼ਟੀ ਦਾ ਅੰਤ ਹੋ ਜਾਵੇਗਾ ਉਸ ਵੇਲੇ ਵੀ ਪਰਮੇਸ਼ਰ ਪੂਰਨ ਹੋਵੇਗਾ। ਸੋ ਕਈ ਥਾਂ ਐਸੀਆਂ ਜਦੋਂ ਪੁੱਛੀਦਾ ਥਾਂ ਨੀਵਾਂ ਕਿਉਂ ਹੈ, ਕਹਿੰਦੇ ਕਿਸੇ ਮੌਕੇ ਤੇ ਇੱਥੇ ਨਦੀ ਚੱਲਦੀ ਸੀ। ਸੋ ਦ੍ਰਿਸ਼ਟਾਂਤ ਦਿੰਦੇ ਹਨ। ਸੋ ਜਿਵੇਂ ਖਾਲਸਾ ਜੀ ਜਿੱਥੇ ਖੁਸ਼ਕ ਥਾਂ ਹੈ ਹਾਲੇ ਨਦੀ ਨਹੀਂ ਆਈ ਉੱਥੇ ਵੀ ਧਰਤੀ ਹੈ। ਜਦੋਂ ਕਦੇ ਨਦੀ ਦਾ ਪ੍ਰਵਾਹ ਉੱਥੋਂ ਸਾਣੀ ਵਗਣ ਲੱਗ ਪਵੇ ਫਿਰ ਵੀ ਉਸ ਦੇ ਥੱਲੇ ਧਰਤੀ ਹੈ। ਜਦੋਂ ਪ੍ਰਵਾਹ ਅੱਗੇ ਚਲਾ ਜਾਵੇ ਫਿਰ ਵੀ ਉਹ ਧਰਤੀ ਉਸੇ ਤਰ੍ਹਾਂ ਦੀ ਰਹਿੰਦੀ ਹੈ। ਇਸੇ ਤਰ੍ਹਾਂ ਜਦੋਂ ਹਾਲੇ ਇਹ ਸੰਸਾਰ ਦਾ ਪ੍ਰਵਾਹ ਨਹੀਂ ਸੀ ਚਲਾਇਆ ਉਸ ਮੌਕੇ ਤੇ ਵੀ ਪਰਮੇਸ਼ਰ ਪੂਰਨ ਸੀ, ਸਾਰਿਆਂ ਦੇ ਆਰੰਭ ਵਿੱਚ ਵੀ। ਤੇ ਜਦੋਂ ਇਹ ਸ੍ਰਿਸ਼ਟੀ ਦਾ ਪ੍ਰਵਾਹ ਚੱਲ ਰਿਹਾ ਹੈ ਹੁਣ ਵੀ ਉਹ ਪੂਰਨ ਹੈ। ਤੇ ਜਦੋਂ ਸ੍ਰਿਸ਼ਟੀ ਦੀ ਸਮਾਪਤੀ ਹੋ ਗਈ ਉਸ ਮੌਕੇ ਤੇ ਵੀ ਉਹ ਪੂਰਨ ਦਾ ਪੂਰਨ ਹੀ ਰਹੇਗਾ। ਆਦਿ ਵਿੱਚ ਅਧਿਸ਼ਟਾਨ ਰੂਪ, ਮੱਧ ਵਿੱਚ ਵਿਆਪਕ ਰੂਪ, ਅੰਤ ਨੂੰ ਸਿਧਾਂਤ ਰੂਪ ਹੋਵੇਗਾ। ਆਦਿ ਪੂਰਨ ਮੱਧ ਪੂਰਨ ਇਹਨਾਂ ਅੱਖਰਾਂ ਦੇ ਆਉਣ ਕਰਕੇ ਇੱਥੇ ਮੱਧ ਗੁਰਮੁਖ ਪਿਆਰਿਆਂ ਨੇ ਮੰਨਿਆ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਮੱਧ ਹੈ। ਸੋ ਇਸੇ ਤਰ੍ਹਾਂ ਕਹਿੰਦੇ ਹਨ ਆਦਿ, ਜਦੋਂ ਇਹ ਜੀਵ ਤੂੰ ਮਾਤਾ ਦੇ ਗਰਭ ਦੇ ਵਿੱਚ ਸੀ ਉਸ ਮੌਕੇ ਤੇ ਵੀ ਪਰਮੇਸ਼ਰ ਪੂਰਨ ਸੀ। ਹੁਣ ਜਦੋਂ ਤੂੰ ਮੱਧ ਵਿੱਚ ਇੱਥੇ ਸੰਸਾਰ ਜ਼ਿੰਦਗੀ ਭੋਗ ਰਿਹਾ ਤਾਂ ਵੀ ਉਸ ਪੂਰਨ ਦੇ ਵਿੱਚ ਹੀ ਜੁੜਨਾ ਕਰ। ਸੋ ਅੰਤ ਨੂੰ ਜਦੋਂ ਤੇਰਾ ਅੰਤ ਹੋ ਗਿਆ ਫਿਰ ਵੀ ਉਹ ਪਰਮੇਸ਼ਰ ਪੂਰਨ ਦਾ ਪੂਰਨ ਹੀ ਹੋਵੇਗਾ। ਇਉਂ ਵੀ ਅਰਥ ਲਾਉਂਦੇ ਨੇ ਕਿ ਆਦਿ ਗੁਰੂ ਨਾਨਕ ਸਾਹਿਬ ਜੀ ਵੀ ਪੂਰਨ, ਮੱਧ ਇਹ ਉਚਾਰਨ ਵਾਲੇ ਗੁਰੂ ਅਰਜਨ ਸਾਹਿਬ ਜੀ ਵੀ ਪੂਰਨ, ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਪੂਰਨ, ਔਰ ਉਹਨਾਂ ਦੀ ਤੁਰਕੀ ਬਾਣੀ 10ਵੀਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਵੀ ਸਾਰੀਆਂ ਸ਼ਕਤੀਆਂ ਕਰਕੇ ਪੂਰਨ ਹੈ। ਚਵਰ ਤਖਤ ਛਤਰ ਦੀ ਮਾਲਕ ਹੈ। ਸੋ ਆਦਿ ਵਿੱਚ ਕੀ ਚਾਹੀਦਾ ਹੈ? ਜਦੋਂ ਅਸੀਂ ਜਨਮ ਧਾਰੀਏ ਜਨਮ ਤੋਂ ਲੈ ਕੇ ਚਾਹੀਦਾ ਹੈ, ਜਦੋਂ ਤੋਂ ਲੈ ਕੇ ਸੁਰਤ ਸੰਭਲੀਏ। ਜਿਵੇਂ ਭਗਤ ਪ੍ਰਹਿਲਾਦ ਵਰਗੇ, ਭਗਤ ਧਰੂ ਵਰਗਿਆਂ ਨੇ 5 ਸਾਲ ਦੀ ਅਵਸਥਾ ਵਿੱਚ ਹੀ ਪਰਮੇਸ਼ਰ ਨੂੰ ਚੇਤੇ ਕਰਨਾ ਆਰੰਭ ਕੀਤਾ। ਆਦਿ ਵਿੱਚ ਵੀ ਸਾਨੂੰ ਚਾਹੀਦਾ ਹੈ ਜ਼ਿੰਦਗੀ ਦੇ ਆਰੰਭ ਦੇ ਵਿੱਚ ਵੀ ਪੂਰਨ ਪਰਮੇਸ਼ਰ ਦਾ ਚਿੰਤਨ ਕਰੀਏ।
ਜਦੋਂ ਮੱਧ ਭਰ ਜਵਾਨੀ ਵਿੱਚ ਹੋਈਏ ਤਾਂ ਵੀ ਪਰਮੇਸ਼ਰ ਦਾ ਹੀ ਚਿੰਤਨ ਕਰੀਏ। ਜਦੋਂ ਅੰਤਲਾ ਸਮਾਂ ਆਵੇ ਉਸ ਮੌਕੇ ਤੇ ਸੇਵਕ ਕੀ ਓੜ ਕਿ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਤਾਈਏ ਤਾਂ ਅੱਜ ਆਪਾਂ ਉਹਨਾਂ ਦੇ ਗੁਣ ਗਾ ਰਹੇ ਹਾਂ, ਤਾਈਏ ਉਹਨਾਂ ਨੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਸੋ ਆਦਿ ਵਿੱਚ ਵੀ ਪਰਮੇਸ਼ਰ ਪੂਰਨ ਹੈ, ਮੱਧ ਵਿੱਚ ਵੀ ਪੂਰਨ ਹੈ, ਅੰਤਰੋਂ ਵੀ ਪਰਮੇਸ਼ਰ ਪੂਰਨ ਵਿਆਪਕ ਹੈ। ਸਿਮਰੰਤ ਸੰਤ ਸਰਬਤਰ ਰਮਣੰ। ਉਹਨੂੰ ਜੀ ਕਿਵੇਂ ਚੇਤੇ ਕਰੀਏ? ਇੱਕ ਦੇਸ਼ੀ ਕਰਕੇ ਕਹਿੰਦੇ ਕਦੇ ਵੀ ਨਹੀਂ। ਜਿਹੜੇ ਸੰਤ ਮਹਾਤਮਾ ਹਨ ਸਵਾਸ ਸਵਾਸ ਨਾਮ ਜਪਣ ਵਾਲੇ ਉਹਦਾ ਸਿਮਰਨ ਕਰਦੇ ਹਨ। ਸਰਬੱਤਰ ਸਰਬ ਜੋ ਨੇਤਰਾਂ ਦਾ ਵਿਸ਼ਾ ਸੰਸਾਰ ਹੈ, ਸਾਰਿਆਂ ਵਿੱਚ ਵਿਆਪਕ ਰੂਪ ਜਾਣ ਕਰਕੇ ਪਰਮੇਸ਼ਰ ਨੂੰ ਚੇਤੇ ਕਰਦੇ ਹਨ। ਨਾਨਕ ਆਗਨਾਸਨ ਜਗਦੀਸ਼ਰਾ ਹੈ। ਉਹ ਅਗ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ, ਜਗਤ ਦਾ ਈਸ਼ਵਰ ਰੂਪ ਜੋ ਵਾਹਿਗੁਰੂ ਹੈ। ਸੋ ਪੁੱਛਿਆ ਸੀ ਕ੍ਰਿਸ਼ਨ ਭਗਵਾਨ ਜੀ ਨੇ, ਦੱਸ ਤੇ ਹੈ ਦ੍ਰੋਪਦੀ ਤੇਰੀ ਪੈਜ ਰਹਿ ਗਈ? ਕਹਿੰਦੇ ਹਾਂ ਜੀ, ਪਰ ਸ਼ਰਮਸਾਰ ਹੋ ਕੇ ਬੇਨਤੀ ਕੀਤੀ। ਕਹਿੰਦੇ ਹਾਂ ਜੀ ਪੈਜ ਤਾਂ ਰਹਿ ਗਈ, ਪਰ ਪਹਿਲਾਂ ਕਿਉਂ ਨਾ ਤੁਸੀਂ ਆਏ? ਸੋ ਕਹਿੰਦੇ ਪਹਿਲਾਂ ਤੇਰਾ ਖਿਆਲ ਸੀ ਕਿ ਮੇਰੇ ਪੰਜੇ ਪਤੀ ਜਿਹੜੇ ਨੇ ਮੇਰੀ ਰੱਖਿਆ ਕਰਨਗੇ, ਫਿਰ ਤੇਰਾ ਖਿਆਲ ਸੀ ਰਾਜਾ ਮੇਰੀ ਸਹਾਇਤਾ ਕਰੇਗਾ, ਫਿਰ ਤੂੰ ਕਦੇ ਸਾਨੂੰ ਕਹਿਣ ਲੱਗੀ ਹੈ ਬਿੰਦਰਾਬਨ ਵਾਸੀ, ਹੈ ਮੁਰਲੀ ਮਨੋਹਰ ਇੱਕ ਦੇਸ਼ੀ ਕਰਕੇ ਤੂੰ ਸਾਨੂੰ ਚੇਤੇ ਕਰਦੀ ਰਹੀ, ਅਸੀਂ ਨਾ ਆਏ। ਜਦੋਂ ਤੂੰ ਕਿਹਾ ਹੈ ਸਰਬ ਵਿਆਪੀ ਕਿਰਪਾ ਕਰੋ, ਅਸੀਂ ਝਾਟੀ ਉਸ ਮੌਕੇ ਤੇ ਤੇਰੀ ਸਹਾਇਤਾ ਕੀਤੀ। ਇਸ ਵਾਸਤੇ ਪਰਮੇਸ਼ਰ ਇੱਕ ਦੇਸ਼ੀ ਨਹੀਂ, ਸਰਬ ਵਿਆਪੀ ਹੈ। ਮਹਾਤਮਾ ਚੇਤੇ ਕਰਦੇ ਹਨ ਸਭ ਥਾਵਾਂ ਤੇ ਉਹਨੂੰ, ਪਰਮੇਸ਼ਰ ਨੂੰ ਰਮਣ ਵਿਆਪਕ ਰੂਪ ਜਾਣ ਕਰਕੇ। ਨਾਨਕ ਆਗਨਾਸਨ ਜਗਦੀਸ਼ਰਾ। ਉਹ ਸਾਰੇ ਪ੍ਰਕਾਰ ਦੇ ਅਗ ਪਾਪਾਂ ਨੂੰ ਨਾਸ਼ ਕਰਨ ਵਾਲਾ ਜਗਤ ਦਾ ਈਸ਼ਰ ਹੈ। ਵੇਖਣ ਸੁਣਨ ਸੁਣਾਵਨ। ਉਸ ਦੀ ਸੱਤਾ ਦੇ ਨਾਲ ਅਸੀਂ ਅੱਖਾਂ ਨਾਲ ਵੇਖ ਰਹੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਆਪਣੀ ਜ਼ਬਾਨ ਨਾਲ ਬੋਲ ਕਰਕੇ ਸਿਧਾਂਤ ਆਪਣਾ ਦੱਸ ਰਹੇ ਹਾਂ। ਸੋ ਜਿਨ ਕੰਨ ਕੀਤੇ ਅੱਖੀਂ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ। ਤਾਤ ਤੜਾਕੀ ਬੋਲੀ ਜਾਂਦੇ ਹਾਂ, ਤਾਤ ਤਤ ਸਿਧਾਂਤ ਆਪਣਾ ਜਿਹੜਾ ਵਿਪਰਾ ਹੈ, ਮਨ ਦਾ ਖਿਆਲ ਹੈ, ਜਿਸ ਕਰਕੇ ਅਸੀਂ ਉਹ ਦੱਸੀ ਜਾਂਦੇ ਹਾਂ। ਇਸ ਪ੍ਰਕਾਰ ਚਾਹੀਦਾ ਹੈ ਪੇਖਣ ਇਹਨਾਂ ਨੇਤਰਾਂ ਦੇ ਨਾਲ, ਸਾਨੂੰ ਵੇਖਣਾ ਵੀ ਉਸੇ ਪਰਮੇਸ਼ਰ ਨੂੰ ਚਾਹੀਦਾ ਹੈ। ਸੋ ਜਿਵੇਂ ਆਪਾਂ ਹੁਣੇ ਸਤਿਕਾਰਯੋਗ ਪਾਰਸ ਜੀ ਪਾਸੋਂ ਸੁਣ ਰਹੇ ਸੀ ਕਿ ਸਾਡੇ ਜਿਹੜੇ ਇਹ ਗੋਲਕਾਂ ਹਨ, ਇਹ ਛੇਕ ਹਨ, ਇਹਨਾਂ ਦੇ ਉੱਪਰ ਅਸੀਂ ਉਂਗਲਾਂ ਕਿਵੇਂ ਰੱਖਣੀਆਂ ਨੇ, ਇਹਨਾਂ 'ਚੋਂ ਕਿਹੜਾ ਛੇਕ ਖੁੱਲ੍ਹਾ ਰੱਖਣਾ ਤੇ ਕਿਹੜੇ ਨੂੰ ਕਿਸ ਮੌਕੇ ਤੇ ਬੰਦ ਕਰਨਾ ਹੈ। ਸੋ ਵੇਖਣਾ ਵੀ ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਔਰ ਨਾ ਦੇਖਾਂ। ਇਸ ਪ੍ਰਕਾਰ ਜੇਤਾ ਪੇਖਮ ਤੇਤਾ ਧਿਆਨ, ਵੇਖਣਾ ਵੀ ਇੱਕੇ ਨੂੰ ਕਰੀਏ, ਸੁਣਨਾ ਵੀ ਇੱਕੋ ਇੱਕ ਪਰਮੇਸ਼ਰ ਦੇ ਨਾਮ ਨੂੰ ਕਰੀਏ, ਤੇ ਸੁਣਾਈਏ ਵੀ ਇੱਕੋ ਇੱਕ ਪਰਮੇਸ਼ਰ ਦੇ ਨਾਮ ਦੇ ਤਾਈ। ਮਨ ਮਹਿ ਦ੍ਰਿੜੀਐ ਸਾਚ। ਆਪਣੇ ਮਨ ਦੇ ਵਿੱਚ ਵੀ ਇੱਕੋ ਇੱਕ ਸੱਚੇ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰੀਏ, ਵਸਾਉਣਾ ਕਰੀਏ। ਪੂਰ ਰਹਿਓ ਸਰਬਤਰ ਮੈਂ। ਉਹ ਮੈਂ ਨਾਮ ਰੂਪਾਂ ਦਾ ਹੈ, ਸਾਰੇ ਰੂਪਾਂ ਆਕਾਰਾਂ ਦੇ ਵਿੱਚ ਪਰਮੇਸ਼ਰ ਪੂਰਨ ਵਿਆਪਕ ਹੋ ਰਿਹਾ ਹੈ। ਨਾਨਕ ਹਰ ਰੰਗ ਰਾਜ। ਉਸ ਹਰੀ ਪਰਮੇਸ਼ਰ ਦੇ ਰੰਗ, ਪ੍ਰੇਮ ਦੇ ਰੰਗ ਦੇ ਵਿੱਚ ਰਚਣਾ ਚਾਹੀਦਾ ਹੈ, ਜਿਹੜਾ ਰੰਗ ਕਦੇ ਉਤਰਨ ਵਾਲਾ ਨਹੀਂ ਹੈ, ਜਿਹੜਾ ਰਾਮ ਰੰਗ ਕਦੇ ਉਤਰ ਨਾ ਜਾਏ, ਉਸੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰਚਨਾ ਕਰੀਏ। ਪੌੜੀ ਦੇ ਵਿੱਚ ਵਿਆਖਿਆ ਕਰਦੇ ਹਨ ਆਪ ਸੱਚੇ ਪਾਤਸ਼ਾਹ, ਹਰ ਏਕ ਨਿਰੰਜਨ ਗਾਈਐ। ਹਰੀ ਜੋ ਇੱਕੋ ਇੱਕ ਅਦਵੈਤ ਰੂਪ ਹੈ, ਨਿਰੰਜਨ ਮਾਇਆ ਕਾਲਖ ਤੋਂ ਰਹਿਤ ਸੁੱਧ ਬ੍ਰਹਮ, ਉਸੇ ਪਰਮੇਸ਼ਰ ਨੂੰ ਕੀਰਤਨ ਵਿੱਚ ਪਾ ਕਰਕੇ ਪ੍ਰੀਤ ਰੂਪੀ ਰਸਨਾ ਦੇ ਨਾਲ ਗਾਉਣਾ ਕਰੀਏ। ਸਭ ਅੰਤਰ ਸੋਈ। ਉਹ ਸਾਰਿਆਂ ਦੇ ਅੰਦਰ ਇੱਕੋ ਇੱਕ ਪਰਮੇਸ਼ਰ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਰਨ ਕਾਰਨ ਸਮਰੱਥ ਪ੍ਰਭ। ਉਹ ਸਾਰੇ ਕਾਰਜਾਂ ਨੂੰ ਕਰਨ ਨੂੰ ਪ੍ਰਭੂ ਸਮਰੱਥ ਮਾਲਕ ਹੈ। ਜੋ ਕਰੇ ਸੋ ਹੋਈ। ਜੋ ਪਿੱਛੇ ਕਰਦਾ ਸੀ ਹੁੰਦਾ ਸੀ, ਜੋ ਕਰ ਰਿਹਾ ਸੋ ਹੋ ਰਿਹਾ, ਜੋ ਕਰੇਗਾ ਸੋ ਹੋਵੇਗਾ। ਜੋ ਉਹਦਾ ਸਿਮਰਨ ਭਜਨ ਕਰੇਗਾ ਉਹਦਾ ਰੂਪ ਹੀ ਹੋ ਜਾਵੇਗਾ। ਖਿਨ ਮਹਿ ਥਾਪ ਉਹ ਥਾਪ ਦਾ। ਉਹ ਖਿਨ ਕਾਲ ਦੇ ਵਿੱਚ ਉਹ ਐਸਾ ਸਮਰੱਥ ਹੈ। ਸੋ ਖਿਨ ਕਾਲ ਦੇ ਵਿੱਚ ਥਾਪ ਸ੍ਰਿਸ਼ਟੀ ਨੂੰ ਰਚ ਦਿੰਦਾ ਹੈ, ਤੇ ਛਿਨ ਕਾਲ ਦੇ ਵਿੱਚ ਉਹ ਨਾਸ਼ ਕਰ ਦਿੰਦਾ ਹੈ। ਇਹ ਨਹੀਂ ਕਿ ਉਹ 7 ਦਿਨਾਂ ਦੇ ਵਿੱਚ ਸ੍ਰਿਸ਼ਟੀ ਬਣਾਉਂਦਾ ਹੰਭ ਗਿਆ, ਫਿਰ ਉਹਨਾਂ ਹੀ ਹਫਤਾ ਬਣਾ ਦਿੱਤਾ, ਇਉਂ ਨਹੀਂ। ਉਹ ਤਾਂ ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਖਿਨ ਕਾਲ ਦੇ ਵਿੱਚ ਸ਼ੁਭ ਗੁਣਾਂ ਨੂੰ ਪੈਦਾ ਕਰਕੇ ਔਗੁਣਾਂ ਨੂੰ ਪੱਟ ਦਿੰਦਾ ਹੈ। ਖਿਨ ਕਾਲ ਦੇ ਵਿੱਚ ਹਿਰਦੇ ਵਿੱਚ ਗਿਆਨ ਵਸਾ ਕੇ ਅਗਿਆਨ ਨੂੰ ਹਿਰਦੇ ਵਿੱਚੋਂ ਨਾਸ਼ ਕਰ ਦਿੰਦਾ ਹੈ। ਇਸ ਬਿਨ ਨਹੀਂ ਕੋਈ। ਇਸ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਐਸਾ ਸਮਰੱਥ ਨਹੀਂ ਹੈ। ਖੰਡ ਬ੍ਰਹਮੰਡ ਪਾਤਾਲ ਦੀਪ। ਉਹ ਪਰਮੇਸ਼ਰ ਕੈਸਾ ਹੈ, ਖੰਡਾਂ ਵਿੱਚ 9 ਖੰਡਾਂ ਦੇ ਵਿੱਚ ਵੀ ਬ੍ਰਹਮੰਡ ਜਿਹੜਾ ਵੱਡਾ ਭਾਂਡਾ 21 ਪੁਰੀਆਂ ਵਾਲਾ, 7 ਪਤਾਲਾਂ ਦੇ ਵਿੱਚ ਵੀ, 7 ਦੀਪਾਂ ਦੇ ਵਿੱਚ ਵੀ ਰਵਿਆ ਸਭ ਲੋਈ। ਸਾਰੇ ਜਿਹੜੇ ਲੋਕ ਹਨ ਉੱਪਰਲੇ ਭੂਰ ਮਹਿਰ ਭੁਵ ਜਨ ਸਤ ਤਪ ਗੋਲੋਕ ਆਦਿਕ, ਸਾਰਿਆਂ ਲੋਕਾਂ ਦੇ ਵਿੱਚ ਸਾਰੀ ਲੋਈ ਸ੍ਰਿਸ਼ਟੀ ਦੇ ਵਿੱਚ ਪਰਮੇਸ਼ਰ ਉਹ ਲੋਈ ਪ੍ਰਕਾਸ਼ ਰੂਪ ਸਾਰਿਆਂ ਦੇ ਵਿੱਚ ਆਪ ਉਹ ਵਿਆਪਕ ਹੋ ਰਿਹਾ ਹੈ। ਜਿਸ ਆਪ ਬੁਝਾਏ ਸੋ ਬੁਝ ਸੀ। ਜੀ ਸਮਝ ਕੌਣ ਸਕਦਾ ਕਿ ਜਿਸ ਨੂੰ ਪਰਮੇਸ਼ਰ ਆਪ ਸਮਝਾਵੇ।
ਉਹ ਹੀ ਕੇਵਲ ਸਮਝ ਸਕਦਾ ਹੈ ਤੇ ਸਮਝ ਸਕਦਾ ਸੀ ਸਮਝ ਸਕੇਗਾ। ਨਿਰਮਲ ਜਨ ਸੋਈ ਉਸੇ ਜਨ ਸੇਵਕ ਨੂੰ ਕਹਿ ਦਿਓ ਕਿ ਉਹੀ ਨਿਰਮਲ ਹੈ, ਉਹੀ ਉਜਲ ਹੈ, ਉਹੀ ਸੁੱਧ ਹੈ, ਤੇ ਉਸੇ ਨੂੰ ਖਾਲਸਾ ਕਹਿ ਦਿਓ। ਉਹੀ ਪਵਿੱਤਰ ਹੈ, ਉਹੀ ਭਾਗਾਂ ਵਾਲਾ ਹੈ, ਤੇ ਉਹੀ ਸਿੰਘ ਹੈ, ਤੇ ਉਹੀ ਸੰਤ ਹੈ। ਸੋ ਉਹਨਾਂ ਦਾ ਨਾਮ ਹੀ ਭਾਗ ਸਿੰਘ ਸੰਤ ਕਿਹਾ ਜਾ ਸਕਦਾ ਹੈ। ਉਹੀ ਉਜਲ ਹੈ, ਭਾਗਾਂ ਵਾਲਾ, ਜਿਨ੍ਹਾਂ ਨੂੰ ਪਰਮੇਸ਼ਰ ਕਿਰਪਾ ਕਰਕੇ ਸਮਝਾ ਦੇਵੇ। ਆਪਾਂ ਵੀ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰੀਏ, ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਅਸੀਂ ਵੀ ਸਾਰਿਆਂ ਵਿੱਚ ਤੇਰਾ ਜਲਵਾ ਵੇਖਣਾ ਕਰੀਏ। ਭਾਈ ਕਨ੍ਹਈਏ ਵਾਲੀ ਨਿਗਾਹ ਸਾਨੂੰ ਵੀ ਦੇ, ਸਾਡੇ ਤੇ ਵੀ ਤਰਸ ਕਰ, ਤੇਰੇ ਸਰੂਪ ਨੂੰ ਸਮਝ ਸਕੀਏ, ਲੋਕ ਪ੍ਰਲੋਕ ਵਿੱਚ ਉਜਲੇ ਹੋਈਏ। ਸੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਰੂਪ ਕਥਾ ਮੱਧ ਤੋਂ ਅੱਗੇ ਆਰੰਭ ਹੋਈ ਦਾ ਸਭ ਸੰਗਤਾਂ ਨੂੰ ਖਾਲਸਾ ਜੀ ਲੱਖ ਲੱਖ ਵਧਾਈ ਹੋਵੇ। ਅਸੀਸ ਦਿਓ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਦਾਸ ਦੀ ਰਸਨਾ ਤੇ ਵਸਣ, ਅਲਪੱਗ ਬੁੱਧੀ ਵਾਲੇ ਨੂੰ ਆਪ ਇਹ ਸਮੱਤ ਬਖਸ਼ਣ। ਇਸ ਕਰਕੇ ਗੁਰੂ ਕੀ ਅੰਮ੍ਰਿਤ ਰੂਪ ਬਾਣੀ ਦੀ ਕਥਾ ਸੋ ਨਰੋਲ ਗੁਰਮਤਿ ਅਨੁਸਾਰ ਹੋ ਸਕਿਆ ਕਰੇ, ਜਿਸ ਕਰਕੇ ਦਾਸ ਦਾ ਵੀ ਭਲਾ ਹੋਵੇ। ਇਹ ਗੁਰੂ ਕੇ ਚਰਨਾਂ ਵਿੱਚ ਸਭ ਅਰਦਾਸ ਕਰੋ। ਸੋ ਜਿਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਤਰਸ ਕਰਨ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਹੁਣ ਦੀ ਦਾਲ ਦਾ ਪਾਣੀ, ਥੋੜੀ ਜਿਹੀ ਮਧੂਕੜੀ ਦੀ ਗਰਾਹੀ, ਇਹ ਉਹਨਾਂ ਦੀ ਖੁਰਾਕ ਸੀ। ਉਹਨਾਂ ਦੀ ਮਹਾਨ ਕਿਰਪਾ ਹੋਈ ਬਾਬਾ ਸੁੰਦਰ ਸਿੰਘ ਜੀ ਦੇ ਉੱਤੇ, ਹੋਰ ਅਨੇਕ ਵਿਦਵਾਨਾਂ ਦੇ ਉੱਤੇ। ਬਾਬਾ ਸੁੰਦਰ ਸਿੰਘ ਦੀ ਕਿਰਪਾ ਹੋਈ ਗਿਆਨੀ ਗੁਰਬਚਨ ਸਿੰਘ ਦੇ ਉੱਤੇ। ਗਿਆਨੀ ਗੁਰਬਚਨ ਸਿੰਘ ਜੀ ਦਸਮ ਪਾਤਸ਼ਾਹ ਦੀ ਮਿਹਰ ਦੇ ਨਾਲ ਥਾਪੀ ਦਿੱਤੀ ਸੰਤ ਕਰਤਾਰ ਸਿੰਘ ਜੀ ਨੂੰ ਇਸ ਦਰਬਾਰ ਦੇ ਵਿੱਚ ਆਣ ਕੇ ਉਹਨਾਂ ਨੇ ਬਖਸ਼ਿਸ਼ ਕੀਤੀ। ਇਹ ਹੁਣ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਦੁਆਰਾ, ਅੰਮ੍ਰਿਤ ਪ੍ਰਚਾਰ ਦੁਆਰਾ ਨਿਹਾਲ ਕਰ ਰਹੇ ਹਨ। ਬੜੀ ਮਹਾਨ ਕਿਰਪਾ ਹੈ ਮਹਾਰਾਜ ਦੀ। ਹਜ਼ਾਰਾਂ ਪ੍ਰਾਣੀ ਅੰਮ੍ਰਿਤਪਾਨ ਕਰਦੇ ਹਨ, ਸੈਂਕੜੇ ਵਿਦਿਆਰਥੀ ਪੜ੍ਹਦੇ ਹਨ, ਔਰ ਆਪ ਨੇ ਉੱਥੇ ਰਾਗ ਵਿਦਿਆਲਾ ਖੋਲ੍ਹਿਆ ਹੈ, ਜਿੱਥੇ ਕਈ ਦਰਜਨਾਂ ਵਿਦਿਆਰਥੀ ਰਾਗ ਸਿੱਖਦੇ ਹਨ। ਇਹ ਜੋ ਇਸ ਵੇਲੇ ਅੰਮ੍ਰਿਤ ਪ੍ਰਚਾਰ ਵਹੀਰ, ਗੁਰਮਤਿ ਪ੍ਰਚਾਰ ਵਹੀਰ ਚੱਲਦਾ ਫਿਰਦਾ ਕਾਲਜ ਹੈ, ਸੰਤ ਕਰਤਾਰ ਸਿੰਘ ਜੀ ਦੇ ਜਥੇਦਾਰ ਹਨ। ਮੈਂ ਇਹਨਾਂ ਨੂੰ ਇਸ ਦੀ ਬਹੁਤ ਬਹੁਤ ਸਾਰੀ ਸੰਗਤਾਂ ਵੱਲੋਂ ਵਧਾਈ ਦਿੰਦਾ ਹਾਂ। ਹੁਣ ਆਪ ਜੀ ਨੇ ਕੀਰਤਨ ਸਰਵਣ ਕਰਨਾ ਹੈ ਪ੍ਰੋਫੈਸਰ ਸਾਹਿਬ ਦੇ ਪਾਸੋਂ। ਇਸ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਗਿਆਨੀ ਬਲਦੇਵ ਸਿੰਘ ਜੀ 10 ਮਿੰਟ ਵਾਸਤੇ ਗੁਰੂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾ ਲੈਣ, ਅਤੇ ਪ੍ਰੋਫੈਸਰ ਸਾਹਿਬ ਉਹਨੇ ਚਿਰ ਨੂੰ ਆਪਣੇ ਸਾਜ਼ ਲੈ ਆਉਣਗੇ। ਆਓ ਬਲਦੇਵ ਸਿੰਘ ਜੀ।